ਜਿਹੜਾ ਨੈਟੋ ਔਰ ਯੂਕਰੇਨ ਜਿਹੜਾ ਵਾ ਇਹ ਕੋਸ਼ਿਸ਼ ਕਰ ਰਹੇ ਸੀ ਕਿ ਯੂਕਰੇਨ ਜਿਹੜਾ ਉਹ ਨੈਟੋ ਦਾ ਮੈਂਬਰ ਬਣ ਜਾਵੇ ਤੇ ਰੂਸ ਇਹ ਸਮਝਦਾ ਹੈ ਕਿ ਜੇ ਇੱਥੇ ਮੇਰੇ ਮਤਲਬ ਬਾਰਡਰ ਦੇ ਉੱਤੇ ਆ ਗਏ, ਮੇਰੇ ਘਰ ਦੇ ਦਰਵਾਜ਼ੇ ਦੇ ਉੱਤੇ ਆ ਗਏ ਤਾਂ ਇਹਨਾਂ ਨੇ ਮੈਨੂੰ ਜਿਹੜਾ ਵਾ ਉਹ ਘੇਰ ਲੈਣਾ। ਯੂਕਰੇਨ ਨੂੰ ਜੇਕਰ ਨੇੜੇ ਲਿਜਾਣ ਲੱਗਿਆ ਨੈਟੋ ਤਾਂ ਇਹ ਵੀ ਇੱਕ ਸਿੱਧਾ ਕਾਰਨ ਹੋ ਸਕਦਾ ਹੈ ਕਿ ਰੂਸ ਨੇ ਅਟੈਕ ਕੀਤਾ ਹੈ। ਬਿਲਕੁਲ ਮੇਨ ਕਾਰਨ ਜਿਹੜਾ ਵਾ ਉਹ ਇਹੀ ਬਣਿਆ ਹੈ। ਜਦੋਂ ਤੁਸੀਂ ਅਟੈਕ ਕਰਦੇ ਹੋ, ਬੰਬ ਬਲਾਸਟ, ਮਿਜ਼ਾਈਲਾਂ ਜਿਹੜੀਆਂ ਬਰਸ ਰਹੀਆਂ, ਤੇ ਉਹ ਇਹ ਨਹੀਂ ਦੇਖਣਗੀਆਂ ਕਿ ਇੰਡੀਅਨ ਹੈ ਕਿ ਰਸ਼ੀਅਨ ਹੈ ਜਾਂ ਯੂਕਰੇਨ ਹੈ। ਇਕਨੋਮੀ ਦੇ ਵਿੱਚ ਦੇਖਣਾ, ਆਰਥਿਕਤਾ ਦੇ ਵਿੱਚ ਦੇਖਣਾ ਤੇ ਇੱਕ ਵਰਲਡ ਵਾਰ ਨਾਲੋਂ ਘੱਟ ਨਹੀਂ ਹੈ। ਕਿਤੇ ਛੋਟੇ ਜਿਹੇ ਦੇਸ਼ ਦੇ ਵਿੱਚ ਵੀ ਕਨਫਲਿਕਟ ਹੁੰਦਾ ਨਾ, ਉਹ ਪੂਰੀ ਜਿਹੜੀ ਵਰਲਡ ਦੀ ਜਿਹੜੀ ਦੁਨੀਆ ਦੀ ਆਰਥਿਕਤਾ ਹੈ ਉਹਨੂੰ ਪ੍ਰਭਾਵਿਤ ਕਰਦਾ। ਰਸ਼ੀਆ ਦਾ ਜਿਹੜਾ ਬਾਰਡਰ ਹੈ ਉਹਦੇ ਤੋਂ ਲੈ ਕੇ ਅਫਗਾਨਿਸਤਾਨ ਦੇ ਬਾਰਡਰ ਤੱਕ ਸੋਵੀਅਤ ਯੂਨੀਅਨ ਸੀ। ਦੋ ਜਮਾਤਾਂ ਦੇ ਵਿੱਚ ਪੰਗਾ ਹੋਵੇ ਤਾਂ ਉਹ ਕਹਿੰਦੇ ਜੇ ਸਾਡੀ ਜਮਾਤ ਦੇ ਇੱਕ ਮੁੰਡੇ ਨੂੰ ਹੱਥ ਲਾਇਆ ਤਾਂ ਅਸੀਂ ਸਾਰੇ ਇਕੱਠੇ ਹੋਵਾਂਗੇ। ਪੰਜਾਬੀ ਦੇ ਵਿੱਚ ਇਹੀ ਸਤਿ ਸ਼੍ਰੀ ਅਕਾਲ ਜੀ, ਸਕਾਈ ਨਿਊਜ਼ ਪੰਜਾਬ ਵੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ। ਦਰਸ਼ਕੋ, ਰੂਸ ਵੱਲੋਂ ਯੂਕਰੇਨ ਦੇ ਉੱਤੇ ਕੀਤੇ ਗਏ ਹਮਲੇ ਨਾਲ ਸ਼ੁਰੂ ਹੋਈ ਇੱਕ ਪਾਸੜ ਜੰਗ ਜਿਹੜੀ ਹੈ, ਹਾਲਾਂਕਿ ਇਹ ਵਿਸ਼ਵ ਯੁੱਧ ਤਾਂ ਨਹੀਂ ਹੈ, ਪਰ ਪੂਰਾ ਵਿਸ਼ਵ ਇਸ ਦੀ ਲਪੇਟ 'ਚ ਆਇਆ ਹੋਇਆ ਕਈ ਤਰ੍ਹਾਂ ਨਾਲ। ਇਸ ਤੋਂ ਆਪਾਂ ਇਨਕਾਰ ਨਹੀਂ ਕਰ ਸਕਦੇ। ਅਸੀਂ ਭਾਰਤ, ਕਿਉਂਕਿ ਭਾਰਤ ਨੂੰ ਇੱਕ ਵੱਡੀ ਸ਼ਕਤੀ ਜਿਹੜਾ ਹੈਗਾ ਦੁਨੀਆ ਦੀ ਮੰਨਿਆ ਜਾਣ ਲੱਗ ਪਿਆ ਹੈ, ਇਸ ਕਰਕੇ ਭਾਰਤ ਨੂੰ ਵੀ ਇਸ ਤੋਂ ਅਭਿੱਜ ਨਹੀਂ ਗਿਣ ਸਕਦੇ। ਭਾਰਤੀ ਵਿਦਿਆਰਥੀ ਦੀ ਹੁਣ ਤੋਂ, ਜਦੋਂ ਅਸੀਂ ਇਹ ਰਿਕਾਰਡਿੰਗ ਕਰ ਰਹੇ ਹਾਂ, ਚੰਦ ਮਿੰਟ ਪਹਿਲਾਂ ਹੀ ਇਸ ਜੰਗ ਦੌਰਾਨ ਜਿਹੜੀ ਹੈਗੀ ਹੈ ਮੌਤ ਹੋ ਚੁੱਕੀ ਹੈ। ਇਹ ਮੰਨਿਆ ਜਾ ਰਿਹਾ ਕਿ ਖਾਰਕਿਵ ਜਾਂ ਕੀਵ ਦੇ ਵਿੱਚ ਕਿਤੇ ਹੋਈ ਹੈ। ਭਾਰਤੀ, ਮੇਰੇ ਖਿਆਲ 'ਚ ਕਿਸੇ ਪਹਿਲੇ ਭਾਰਤੀ ਤੇ ਖਾਸ ਕਰ ਭਾਰਤੀ ਵਿਦਿਆਰਥੀ ਦੀ ਮੌਤ ਹੋਈ ਹੈ। ਅਸੀਂ ਇਸ ਤੇ ਆਪਣਾ ਦੁੱਖ ਵੀ ਜ਼ਾਹਰ ਕਰਦੇ ਹਾਂ ਤੇ ਅਸੀਂ ਸ਼ਰਧਾਂਜਲੀ ਵੀ ਦਿੰਦੇ ਹਾਂ ਕਿ ਵਿਛੜੀ ਰੂਹ ਨੂੰ ਪਰਮਾਤਮਾ ਸ਼ਾਂਤੀ ਦੇਵੇ ਤੇ ਇਹ ਯੁੱਧ ਵੀ ਛੇਤੀ ਸਮਾਪਤ ਹੋਵੇ। ਪਰ ਇਸ ਯੁੱਧ ਦਾ ਪਿਛੋਕੜ ਕੀ ਹੈ, ਇਹਦਾ ਕਾਰਨ ਕੀ ਹੈ, ਇਹਦੇ ਪ੍ਰਭਾਵ ਕੀ ਨੇ, ਰੂਸ ਤੇ ਉਹਦਾ ਗੁਆਂਢੀ ਮੁਲਕ ਜਿਹੜਾ ਹੈ ਯੂਕਰੇਨ, ਇਹਨਾਂ ਦਾ ਜਿਹੜਾ ਪਿਛੋਕੜ ਕੀ ਹੈ, ਇਹਨਾਂ ਦਾ ਜਗਰਾਫੀਆ ਕੀ ਹੈ, ਇਹਨਾਂ ਦਾ ਪੋਲੀਟੀਕਲ ਜਿਹੜਾ ਜੋ ਤੰਤਰ ਹੈ ਉਹ ਕੀ ਹੈ, ਜਾਂ ਯੁੱਧ ਦੇ ਕਾਰਨ ਕੀ ਨੇ, ਇਹ ਸਾਰਿਆਂ ਦੇ ਉੱਤੇ ਗੱਲਬਾਤ ਕਰਨ ਲਈ ਅਸੀਂ ਇੱਕ ਐਸੇ ਮਹਿਮਾਨ ਨੂੰ ਅੱਜ ਆਪਣੇ ਸਟੂਡੀਓ 'ਚ ਸੱਦਾ ਦਿੱਤਾ ਹੈ ਜੋ ਕਿ ਲੰਮਾ ਸਮਾਂ ਯੂਕਰੇਨ, ਰੂਸ ਦੇ ਵਿੱਚ ਵਿਚਰਦੇ ਰਹੇ ਨੇ ਜਾਂ ਹੋਰ ਦੁਨੀਆ ਦੇ ਵੱਖ-ਵੱਖ ਜਿਹੜੇ ਮੁਲਕ ਨੇ ਉਹਨਾਂ 'ਚ ਵਿਚਰਦੇ ਰਹੇ ਨੇ। ਨਾਟੋ ਜਿਹੜਾ ਹੈ ਉਹ ਦੇਸ਼ਾਂ ਦਾ ਸਮੂਹ ਹੈ, ਉਹਨਾਂ ਦੀ ਜਿਹੜੀ ਰਾਜਨੀਤੀ ਕੀ ਹੈ, ਉਹਨਾਂ ਦੀ ਜਿਹੜੀ ਕੌਮਾਂਤਰੀ ਪੱਧਰ ਦੇ ਉੱਤੇ ਕੀ ਦੇਣ ਜਾਂ ਕੀ ਐਸੀ ਭੂਮਿਕਾ ਹੈ ਜਿਸ ਕਰਕੇ ਹੁਣ ਤੱਕ ਇਹ ਵਿਸ਼ਵ ਯੁੱਧ ਨਹੀਂ ਬਣ ਸਕਿਆ। ਸ਼ੁਕਰ ਹੈ ਕਿ ਵਿਸ਼ਵ ਯੁੱਧ ਨਹੀਂ ਬਣਿਆ ਵੈਸੇ ਤਾਂ, ਜਾਂ ਫਿਰ ਹੋਰ ਸਾਰੀ ਇੰਟਰਨੈਸ਼ਨਲ ਪੋਲਿਟਿਕਸ ਜਿਹੜੀ ਹੈ ਉਹ ਕਿਉਂ ਜਿਹੜੀ ਹੈ ਪ੍ਰਭਾਵਿਤ ਪੂਰੀ ਤਰ੍ਹਾਂ ਹੋ ਕੇ ਰਹਿ ਗਈ ਹੈ ਇਸ ਦੋ ਵੱਡੇ ਦੇਸ਼ਾਂ ਦੀ ਜੋ ਇਹ ਲੜਾਈ ਹੈ। ਮੇਰੇ ਨਾਲ ਐਡਵੋਕੇਟ HS ਬਾਠ ਜੋ ਕਿ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਬੜੇ ਹੀ ਨਾਮਵਰ ਵਕੀਲ ਨੇ ਤੇ ਬੜੇ ਹੀ ਦੇਸ਼ਾਂ 'ਚ ਜਿਹੜੇ ਨੇ ਇਹ ਸੁਚੇਤ ਤੌਰ ਦੇ ਉੱਤੇ ਵਿਚਰਦੇ ਆਏ ਨੇ ਬੜੇ ਦੇਸ਼ਾਂ 'ਚ ਦੁਨੀਆ ਦੇ। ਤੁਸੀਂ ਪਹਿਲਾਂ ਤਾਂ ਸਵਾਗਤ ਹੈ ਬਾਠ ਸਾਹਿਬ ਤੁਹਾਡਾ। ਨੀਲ ਜੀ, ਯੂਕਰੇਨ ਤੁਸੀਂ ਰਹੇ ਹੋ ਤੇ ਰੂਸ ਤੁਸੀਂ ਰਹੇ ਹੋ, ਉਹਦੇ ਬਾਰੇ ਦੱਸੋ ਜੀ। ਇਹ ਜੀ 1985 ਦੇ ਵਿੱਚ ਮੈਂ ਰੂਸ ਦੇ ਵਿੱਚ ਗਿਆ ਸੀ ਸਟੂਡੈਂਟਸ ਦੇ ਤੌਰ ਦੇ ਉੱਤੇ। ਤੁਸੀਂ ਵਿਦਿਆਰਥੀ ਦੇ ਤੌਰ ਤੇ ਗਏ ਸੀ? ਵਿਦਿਆਰਥੀ ਦੇ ਤੌਰ ਦੇ ਉੱਤੇ ਇੱਕ ਡਿਪਲੋਮਾ ਕਰਨ ਗਿਆ ਸੀ ਮੈਂ ਜੀ। ਉਸ ਵੇਲੇ ਜਿਹੜਾ ਸੀ ਮੈਨੂੰ ਮੌਕਾ ਮਿਲਿਆ ਮਾਸਕੋ ਤੋਂ ਦਨੇਤਸਿਕ ਜਾਣ ਦਾ। ਦਨੇਤਸਿਕ ਉਹ ਰੀਜਨ ਹੈ ਜਿੱਥੇ ਕਨਫਲਿਕਟ ਜਿਹੜਾ ਸਭ ਤੋਂ ਪਹਿਲਾਂ ਸ਼ੁਰੂ ਹੋਇਆ, 8 ਸਾਲ ਪਹਿਲਾਂ ਜਿਹੜਾ ਵਾ ਉਹ ਸ਼ੁਰੂ ਹੋਇਆ ਜੀ। ਔਰ ਇੱਕ ਪਾਰਟ ਜਿਹੜਾ ਉਹਦਾ ਸੀ, ਉਹਨਾਂ ਨੇ ਬਗਾਵਤ ਕੀਤੀ ਯੂਕਰੇਨ ਦੇ ਖਿਲਾਫ। ਦੋ ਜਿਹੜੇ ਪ੍ਰੋਵਿੰਸ ਗਿਣੇ ਜਾਂਦੇ ਸੀ ਉਹਨਾਂ ਦਾ ਪਾਰਟ ਜਿਹੜਾ ਉਹਨਾਂ ਨੇ ਬਗਾਵਤ ਕੀਤੀ ਔਰ ਉਸ ਏਰੀਆ ਦੇ ਵਿੱਚ ਜਿਹੜੇ ਰਸ਼ੀਅਨ ਸਪੀਕਿੰਗ ਲੋਕ ਜਿਹੜੇ ਆ, ਬੋਲਦੇ ਲੋਕ, ਰੂਸੀ ਭਾਸ਼ਾ ਬੋਲਦੇ ਲੋਕ ਜਿਹੜੇ ਆ ਉਹ ਵੱਡੀ ਗਿਣਤੀ ਦੇ ਵਿੱਚ ਰਹਿੰਦੇ ਆ। ਔਰ ਉਹਨਾਂ ਨੇ ਸਭ ਤੋਂ ਪਹਿਲਾਂ ਇਸ ਗੱਲ ਦੀ ਬਗਾਵਤ ਕੀਤੀ ਕਿ ਜਿਹੜੇ ਯੂਕਰੇਨ ਦੀ ਗਵਰਨਮੈਂਟ ਹੈ ਉਹ ਸਾਡੇ ਨਾਲ ਮਤਈ ਮਾਂ ਵਾਲਾ ਸਲੂਕ ਜਿਹੜਾ ਉਹ ਕਰ ਰਹੀ ਹੈ ਜੀ। ਔਰ ਮੈਂ ਇਸ ਗੱਲ ਤੋਂ ਜਿਹੜਾ ਵਾ ਉਹਨਾਂ ਨੇ ਬਗਾਵਤ ਕਰਕੇ ਤੇ ਪਾਰਟਲੀ ਜਿਹੜਾ ਸੀ ਉਹਨਾਂ ਦੀ ਕਨਫਲਿਕਟ ਇੰਟਰਨਲ ਚੱਲਿਆ, ਇੱਕ ਸਿਵਲ ਵਾਰ ਜਿਹੜੀ ਲਿਮਟਿਡ ਸਿਵਲ ਵਾਰ ਉਹ ਦੋ ਪ੍ਰੋਵਿੰਸ ਜਿਹੜੇ ਆ ਉਹਨਾਂ ਦੇ ਵਿੱਚ ਚੱਲੀ। ਔਰ ਉਦੋਂ ਤੋਂ ਲੈ ਕੇ ਉਹ ਰੂਸ ਦੇ ਨਾਲ ਸੀ ਉਹ ਏਰੀਆ ਜਿਹੜਾ ਵਾ, ਉਹ ਇੱਕ ਆਪਣੇ ਇੰਡੀਪੈਂਡੈਂਟ ਤੌਰ ਦੇ ਉੱਤੇ ਉਹਨਾਂ ਦੀ ਉੱਥੇ ਮਤਲਬ ਸਰਕਾਰ ਕਹਿ ਲਓ ਜਾਂ ਅਥਾਰਟੀ ਕਹਿ ਲਓ ਉਹਨਾਂ ਦੀ ਉੱਥੇ ਚੱਲ ਰਹੀ ਸੀ। ਔਰ ਮੈਂ ਉਸ ਏਰੀਏ ਦਨੇਤਸਿਕ ਏਰੀਆ ਜਿਹੜਾ ਵਾ ਉਹਦੇ ਨਾਲ ਸਮੁੰਦਰ ਵੀ ਕਾਫੀ ਜਿਹੜਾ ਵਾ ਉਹ ਥੋੜਾ ਨੇੜੇ ਲੱਗਦਾ ਉਹਦੇ ਵਿੱਚ, ਔਰ ਕਾਫੀ ਫਰਟਾਈਲ ਏਰੀਆ ਜੋ ਬਲੈਕ ਸੀ ਹੈ, ਬਲੈਕ ਸੀ ਜਿਹੜਾ ਇਹਨੂੰ ਇੱਕ ਟਾਈਮ ਦੇ ਉੱਤੇ ਇਹ ਜਿਹੜਾ ਏਰੀਆ ਸੀ ਸਾਰਾ ਯੂਕਰੇਨ ਦਾ, ਇਹਨੂੰ ਉਸ ਵੇਲੇ ਸੋਵੀਅਤ ਯੂਨੀਅਨ ਸੀ ਉਹਦਾ ਗ੍ਰੇਨੀ ਦੇ ਤੌਰ ਦੇ ਉੱਤੇ ਜਿਹੜਾ ਇਹਨੂੰ ਜਾਣਿਆ ਜਾਂਦਾ ਸੀ ਕਿ ਇੱਥੋਂ ਬਹੁਤ ਸਾਰਾ ਜਿਹੜਾ ਗ੍ਰੇਨ ਹੈ ਉਹ ਰਸ਼ੀਆ ਦੇ ਵਿੱਚ ਜਾਂਦਾ, ਕਿਉਂਕਿ ਬੜੀ ਫਰਟਾਈਲ ਇਹ ਲੈਂਡ ਸੀ ਔਰ ਬੜਾ ਖੁੱਲਾ ਏਰੀਆ
ਇਹਦੇ ਵਿੱਚ ਸੀ ਜੀ। ਔਰ ਉਸ ਵੇਲੇ ਜਿਹੜਾ ਵਾ, ਔਰ ਦੂਸਰਾ ਇਹ ਦੱਸ ਦਵਾਂ ਕਿ ਇਹ ਏਰੀਆ ਜਿਹੜਾ ਸਾਰਾ ਵਾ ਨੈਚੁਰਲ ਰਿਸੋਰਸ ਜਿਹੜੇ ਆ ਉਹਦੇ ਉੱਤੇ ਵੀ ਰਿਚ ਆ। ਕੋਲ ਇੱਥੇ ਜਿਹੜਾ ਬਹੁਤ ਵੱਡੀ ਗਿਣਤੀ ਦੇ ਵਿੱਚ ਆ ਇਹ ਸਾਰੇ ਏਰੀਆ ਦੇ ਵਿੱਚ ਜੀ। ਔਰ ਇਹ ਜਿਹੜਾ ਏਰੀਆ ਵਾ ਯੂਕਰੇਨ ਪੂਰਾ ਜਿਹੜਾ ਵਾ ਉਹ ਇੱਕ ਸੋਵੀਅਤ ਯੂਨੀਅਨ ਦਾ ਪਾਰਟ ਰਿਹਾ। ਔਰ ਉਸ ਤੋਂ ਪਹਿਲਾਂ ਜਦੋਂ ਜਾਰ ਰਹੇ ਨੇ ਉਸ ਵੇਲੇ ਵੀ ਇਹ ਜਿਹੜਾ ਰਸ਼ੀਅਨ ਅੰਪਾਇਰ ਉਸ ਨੂੰ ਗਿਣਿਆ ਜਾਂਦਾ ਸੀ, ਉਹਦਾ ਹੀ ਯੂਕਰੇਨ ਜਿਹੜਾ ਵਾ ਹਮੇਸ਼ਾ ਪਾਰਟ ਰਿਹਾ। ਔਰ ਦਿਮਾਗੀ ਤੌਰ ਦੇ ਉੱਤੇ ਰਸ਼ੀਆ ਜਿਹੜਾ ਵਾ ਉਹ ਯੂਕਰੇਨ ਨੂੰ ਕਦੇ ਵੱਖ ਨਹੀਂ ਸੀ ਸੋਚ ਸਕਦਾ। ਉਹ ਕਹਿੰਦੇ ਕਿ ਨਹੀਂ, ਇਹ ਸਾਡਾ ਹਿੱਸਾ ਰਿਹਾ। ਪਰ ਜੋ ਦੁਖਾਂਤ ਜਾਂ ਜੋ ਘਟਨਾਵਾਂ ਵਾਪਰੀਆਂ 1991 ਦੇ ਵਿੱਚ ਜਦੋਂ ਗੁਰਬਾਚੋਵ ਸੀ ਔਰ ਉਸ ਤੋਂ ਬਾਅਦ ਜਿਹੜਾ ਯੈਲਸਤਨ ਆਇਆ, ਉਹ ਜਿਹੜੇ ਬਹੁਤ ਸਾਰੇ ਜਿਹੜੇ ਇਹਦੇ ਟੋਟੇ ਹੋ ਗਏ ਸੋਵੀਅਤ ਯੂਨੀਅਨ ਦੇ, ਔਰ 15 ਦੇ ਕਰੀਬ ਦੇਸ਼ ਜਿਹੜੇ ਆ ਬਣ ਗਏ। ਉਹਨਾਂ ਦੇ ਵਿੱਚੋਂ ਯੂਕਰੇਨ ਵੀ ਇੱਕ ਸੀ ਜਿਹੜਾ ਆਪਣੇ ਤੌਰ ਦੇ ਉੱਤੇ ਜਿਹਨੇ ਇੰਡੀਪੈਂਡੈਂਸ ਡਿਕਲੇਅਰ ਕੀਤੀ, ਔਰ ਉਸ ਤੋਂ ਲੈ ਕੇ ਇਹ ਇੰਡੀਪੈਂਡੈਂਟ ਦੇਸ਼ ਜਿਹੜਾ ਉਹ ਚੱਲਿਆ ਆ ਰਿਹਾ। ਕੀ ਜੇ ਮੈਂ ਗਲਤ ਨਾ ਹੋਵਾਂ ਤਾਂ ਕੀ ਸੋਵੀਅਤ ਯੂਨੀਅਨ ਦਾ ਟੁੱਟਣਾ, ਮਿਖਾਲ ਗੋਰਬਾਚੇਵ ਦਾ ਤੁਸੀਂ ਜ਼ਿਕਰ ਕੀਤਾ ਹੈ, 1991 ਦੀ ਗੱਲ ਕੀਤੀ ਹੈ, ਕਿ ਉਹ ਉੱਥੋਂ ਸ਼ੁਰੂਆਤ ਹੁੰਦੀ ਹੈ ਇਸ ਵੈਰ ਵਿਰੋਧ ਦੀ ਦੋਨਾਂ ਮੁਲਕਾਂ 'ਚ? ਜੋ ਯੂਕਰੇਨ ਉਸ ਵੇਲੇ ਨਹੀਂ ਹੁੰਦੀ, ਉਸ ਵੇਲੇ ਤਾਂ ਬਾਕੀ ਵੀ ਬਹੁਤ ਸਾਰੇ ਦੇਸ਼ ਜਿਹੜੇ ਆ ਉਹ ਟੁੱਟੇ ਆ। ਤੁਸੀਂ ਵੇਖੋ ਰਸ਼ੀਆ ਦਾ ਜਿਹੜਾ ਬਾਰਡਰ ਹੈ ਉਹਦੇ ਤੋਂ ਲੈ ਕੇ ਅਫਗਾਨਿਸਤਾਨ ਦੇ ਬਾਰਡਰ ਤੱਕ ਸੋਵੀਅਤ ਯੂਨੀਅਨ ਸੀ। ਸਾਡਾ ਜਿਹੜਾ ਉਜ਼ਬੇਕਿਸਤਾਨ ਲੱਗ ਰਿਹਾ ਹੈ, ਤਾਜਿਕਸਤਾਨ ਲੱਗ ਰਿਹਾ ਹੈ, ਤੁਰਕਮੇਨਿਸਤਾਨ ਲੱਗ ਰਿਹਾ ਹੈ, ਇੱਥੋਂ ਤੱਕ ਇਹ ਸਾਰਾ ਏਰੀਆ ਜਿਹੜਾ ਵਾ ਉਹ ਚੱਲਦਾ ਸੀ। 15 ਦੇ ਕਰੀਬ ਜਿਹੜੇ ਦੇਸ਼ ਹੈ ਉਹ ਬਣੇ, ਜਿਨ੍ਹਾਂ ਤੋਂ ਜਾਰਜੀਆ ਵੀ ਆ, ਮੋਲਦਾਵਾ ਵੀ ਆ, ਲਿਥੂਨੀਆ ਤੇ ਹੋਰ ਜਿਹੜੇ ਛੋਟੇ ਛੋਟੇ ਦੇਸ਼ ਜਿਹੜੇ ਆ ਉਹ ਐਕਸੈਪਟ ਕਰ ਲਿਆ ਸੀ ਉਸ ਵੇਲੇ ਕਿ ਠੀਕ ਹੈ ਇੰਡੀਪੈਂਡੈਂਟ ਹੋ ਗਿਆ। ਬਾਰਡਰ ਜਿਹੜੇ ਆ ਕਦੇ ਵੀ ਮਨੁੱਖੀ ਇਤਿਹਾਸ ਦੇ ਵਿੱਚ ਜਿਹੜੇ ਸਥਿਰ ਨਹੀਂ ਰਹੇ, ਸੇਮ ਨਹੀਂ ਰਹੇ। ਚਲੋ ਇਹ ਜਿਹੜੀ ਟੁੱਟ ਭੱਜ ਹੋਈ ਆ ਤੇ ਇਹਦੇ ਵਿੱਚ ਉਹਨਾਂ ਨੇ ਕਿਹਾ ਵੀ ਆਪਾਂ ਜਿਹੜਾ ਵਾ ਠੀਕ ਹੈ ਇੰਡੀਪੈਂਡੈਂਟ ਦੇਸ਼ ਬਣ ਗਏ ਆ, ਪਰ ਆਪਾਂ ਇੱਕ ਫੈਡਰੇਸ਼ਨ ਦੇ ਤੌਰ ਦੇ ਉੱਤੇ ਆਪਣਾ ਕੋਆਪਰੇਸ਼ਨ ਜਿਹੜਾ ਵਾ ਉਹ ਆਰਥਿਕ ਤੌਰ ਦੇ ਉੱਤੇ ਪੋਲੀਟੀਕਲੀ ਆਪਸ ਵਿੱਚ ਰੱਖੀਏ। ਉਸ ਤੋਂ ਬਾਅਦ ਕੀ ਹੋਇਆ ਕਿ ਜਿਹੜਾ ਏਰੀਆ ਇਹ ਟੁੱਟਿਆ ਸੀ ਉਸ ਵੇਲੇ ਜਿਹੜੇ ਬਾਕੀ ਦੇਸ਼ ਵੀ ਜਿਹੜੇ ਸੋਵੀਅਤ ਉਹਦੇ ਬਲੌਕ ਦੇ ਵਿੱਚ ਸੀ, ਜਿਹਨੂੰ ਵਾਰਸਾ ਪੈਕਟ, ਇੱਕ ਮਿਲਟਰੀ ਵਾਰਸਾ ਪੈਕਟ ਕਿਹਾ ਜਾਂਦਾ ਸੀ, ਜਿਹਦੇ ਵਿੱਚ ਰੋਮਾਨੀਆ, ਹੰਗਰੀ, ਚੈਕੋਸਲੋਵਾਕੀਆ, ਬਲਗਾਰੀਆ, ਪੋਲੈਂਡ, ਇਹ ਸਾਰੇ ਦੇਸ਼ ਉਸ ਵਾਰਸਾ ਪੈਕਟ ਦੇ ਵਿੱਚ ਸੀ। ਔਰ ਵਾਰਸਾ ਪੈਕਟ ਜਿਹੜਾ ਸੀ ਟੁੱਟ ਗਿਆ, ਉਹ ਦੇਸ਼ ਵੀ ਜਿਹੜੇ ਨਿਕਲ ਕੇ ਬਾਹਰ ਆ ਗਏ। ਉਸ ਤੋਂ ਬਾਅਦ ਉਸ ਬਾਕੀ ਦੇਸ਼ ਜਿਹੜੇ ਸੀ ਉਹਨਾਂ ਨੇ ਨਾਟੋ ਜੁਆਇਨ ਕਰ ਲਈ, ਪਰ ਬਾਕੀ ਦੇਸ਼ ਜਿਹੜੇ ਆ ਉਹ ਉਸ ਵੇਲੇ ਦੇ ਸੋਵੀਅਤ ਯੂਨੀਅਨ ਦਾ ਪਾਰਟ ਨਹੀਂ ਸੀ ਹੈ। ਉਸ ਤੋਂ ਬਾਅਦ ਜਿਹੜਾ ਨਾਟੋ ਜਿਹੜੀ ਤੇ ਅਮਰੀਕਾ ਦਾ ਜਿਹੜਾ ਅਲਾਇੰਸ ਹੈ, ਮਿਲਟਰੀ ਅਲਾਇੰਸ ਹੈ, ਉਹ ਕੋਸ਼ਿਸ਼ ਕਰਦੇ ਰਹੇ ਕਿ ਕਿਉਂਕਿ ਪੁਤਨ ਤੋਂ ਬਾਅਦ ਜਿਹੜਾ ਰਸ਼ੀਆ ਸੀ ਉਹ ਆਪਣੀ ਇੱਕ ਮਿਲਟਰੀ ਤਾਕਤ ਦੁਬਾਰਾ ਉਹਨੇ ਆਪਣੀ ਬਿਲਡ ਕਰਨੀ ਸ਼ੁਰੂ ਕਰ ਦਿੱਤੀ, ਮਜ਼ਬੂਤ ਹੋਣ ਲੱਗ ਗਿਆ। ਪਿੱਛੇ ਤੁਸੀਂ ਦੇਖੋਗੇ ਕਿ ਬੜੇ ਉਹਨਾਂ ਨੇ ਹਾਈਪਰਸੋਨਿਕ ਜਿਹੜੇ ਵੈਪਨਸ ਨੇ ਔਰ ਹੋਰ ਜਿਹੜਾ S-400 ਜਿਹੜਾ ਡਿਫੈਂਸ ਸਿਸਟਮ ਹੈ, ਇਹ ਸਾਰਾ ਕੁਝ ਉਹਨਾਂ ਨੇ ਕੀਤਾ ਤੇ ਇੱਕ ਬੜੀ ਵੱਡੀ ਤਾਕਤ ਉਹ ਮਿਲਟਰੀ ਦੇ ਵਿੱਚ ਬਣ ਗਿਆ। ਤਾਂ ਫਿਰ ਮੈਂ ਥੋੜਾ ਜਿਹਾ ਆਪਣੇ ਦਰਸ਼ਕਾਂ ਨੂੰ ਦੱਸ ਦਵਾਂ ਥੋੜਾ ਸਰਲ ਭਾਸ਼ਾ ਦੇ ਵਿੱਚ ਕਿ ਨਾਟੋ ਜਿਹੜਾ ਹੈਗਾ ਉਹ ਯੂਰਪੀਅਨ ਐਟਲਾਂਟਿਕ ਜਿਹੜੇ ਟ੍ਰੇਟੀ ਦੇ ਆਰਗੇਨਾਈਜੇਸ਼ਨ ਦੇ ਜਿਹੜੇ ਮੁਲਕ ਨੇ, ਮਿਲਟਰੀ ਅਲਾਈਅੰਸ ਹੈ ਉਹ, ਕਿ ਜੇਕਰ ਕਿਸੇ ਇੱਕ ਮੁਲਕ ਤੇ ਨਾਲ ਕੋਈ ਪੰਗਾ ਲਏਗਾ ਤਾਂ ਉਹ ਸਾਰਿਆਂ ਨੂੰ ਇਕੱਠਾ ਗਿਣੇ। ਜੇ ਆਪਾਂ ਦੇਸੀ ਭਾਸ਼ਾ ਦੀ ਗੱਲ ਕਰੀਏ ਉਹ ਸਾਰੇ ਤੇ ਹਮਲਾ ਗਿਣਿਆ ਜਾਏਗਾ। ਜਿਵੇਂ ਆਪਾਂ ਕਹਿ ਲਓ ਕਿ ਕਿਸੇ ਸਕੂਲ ਕਾਲਜ ਦੇ ਵਿੱਚ ਜੇਕਰ ਕੋਈ ਦੋ ਜਮਾਤਾਂ ਦੇ ਵਿੱਚ ਪੰਗਾ ਹੋਵੇ ਤਾਂ ਉਹ ਕਹਿੰਦੇ ਜੇ ਸਾਡੀ ਜਮਾਤ ਦੇ ਇੱਕ ਮੁੰਡੇ ਨੂੰ ਹੱਥ ਲਾਇਆ ਤਾਂ ਅਸੀਂ ਸਾਰੇ ਇਕੱਠੇ ਬੰਨੇ ਪੰਜਾਬੀ ਦੇ ਵਿੱਚ ਇਹੀ ਕਹਿ ਸਕਦੇ ਆ। ਤੇ ਜੋ ਯੂਕਰੇਨ ਹੈ ਉਹਨੇ ਨਾਟੋ ਦਾ ਮੈਂਬਰ ਬਣਨ ਹੀ ਵਾਲਾ ਸੀਗਾ, ਕੁਝ ਕੁ ਚੀਜ਼ਾਂ ਚੱਲ ਰਹੀਆਂ ਸੀ ਕਿ ਉਹ ਹਾਲਾਂਕਿ ਬਾਹਰ ਰਹਿ ਗਿਆ। ਇਸੇ ਕਰਕੇ ਇਸ ਨੂੰ ਹੁਣ ਤੱਕ ਅਸੀਂ ਵਿਸ਼ਵ ਯੁੱਧ ਦਾ ਦਰਜਾ ਨਹੀਂ ਕਹਿ ਸਕਦੇ ਆ ਕਿ ਵਿਸ਼ਵ ਯੁੱਧ ਹੈ, ਪਰ ਨਾਟੋ ਜੇਕਰ ਯੂਕਰੇਨ ਨਾਟੋ ਦੀ ਮੈਂਬਰੀ ਲੈ ਜਾਂਦਾ ਤਾਂ ਇਹ ਵਿਸ਼ਵ ਯੁੱਧ ਹੀ ਹੋਣਾ ਸੀ ਤੇ ਸ਼ਾਇਦ ਉਦੋਂ ਰੂਸ ਸ਼ਾਇਦ ਪੰਗਾ ਨਾ ਲੈਂਦਾ ਯੂਕਰੇਨ ਨਾਲ। ਤੁਸੀਂ ਬਿਲਕੁਲ ਠੀਕ ਕਿਹਾ, ਬੜੀ ਸਰਲ ਭਾਸ਼ਾ ਦੇ ਵਿੱਚ ਤੁਸੀਂ ਗੱਲ ਕੀਤੀ ਹੈ। ਜਿਹੜਾ ਨਾਟੋ ਔਰ ਯੂਕਰੇਨ ਜਿਹੜਾ ਵਾ ਇਹ ਕੋਸ਼ਿਸ਼ ਕਰ ਰਹੇ ਸੀ ਕਿ ਯੂਕਰੇਨ ਜਿਹੜਾ ਉਹ ਨਾਟੋ ਦਾ ਮੈਂਬਰ ਬਣ ਜਾਵੇ। ਤੇ ਨਾਟੋ ਦਾ ਮੈਂਬਰ ਬਣਨ ਦਾ ਮਤਲਬ ਇਹ ਹੈ ਕਿ ਅਮਰੀਕੀ ਔਰ ਫ੍ਰੈਂਚ, ਜਰਮਨ, ਜਿੰਨੇ ਬਾਕੀ ਦੇਸ਼ ਆ ਉਹ ਸਾਰੇ ਆਪਣੀਆਂ ਫੌਜਾਂ ਔਰ ਹਥਿਆਰ, ਈਵਨ ਕਿ ਨਿਊਕਲੀਅਰ ਵੈਪਨ ਵੀ ਜਿਹੜੇ ਆ ਉਹ ਸਾਰੇ ਯੂਕਰੇਨ ਦੇ ਬਾਰਡਰ ਤੱਕ, ਰਸ਼ੀਆ ਦੇ ਬਾਰਡਰ ਤੱਕ ਉਹ ਆ ਸਕਦੇ ਆ। ਮਤਲਬ ਉਹਦੀ ਮਿਲਟਰੀ ਜਿਹੜੀ ਪ੍ਰੈਜ਼ੈਂਸ ਹੈ ਉਹ ਇੱਥੇ ਆ ਜਾਊਗੀ, ਫੌਜਾਂ ਇਹਦੇ ਨਾਲ ਲੱਗ ਜਾਣਗੀਆਂ। ਤੇ ਰੂਸ ਇਹ ਸਮਝਦਾ ਹੈ ਕਿ ਜੇ ਇੱਥੇ ਮੇਰੇ ਮਤਲਬ ਬਾਰਡਰ ਦੇ ਉੱਤੇ ਆ ਗਏ, ਮੇਰੇ ਘਰ ਦੇ ਦਰਵਾਜ਼ੇ ਦੇ ਉੱਤੇ ਆ ਗਏ ਤਾਂ ਇਹਨਾਂ ਨੇ ਮੈਨੂੰ ਜਿਹੜਾ ਵਾ ਉਹ ਘੇਰ ਲੈਣਾ। ਇਸ ਕਰਕੇ ਉਹ ਕਹਿੰਦਾ ਰਿਹਾ ਕਿ ਵੇਖੋ, ਔਰ ਨਾਲ ਉਹ ਕਹਿੰਦੇ ਜਿਹੜਾ ਕਿ ਇਤਿਹਾਸਕ ਪ੍ਰਮਾਣ ਹੈ ਕਿ ਜਦੋਂ ਜਿਹੜਾ ਵਾ ਇਹ ਸੋਵੀਅਤ ਯੂਨੀਅਨ ਟੁੱਟਿਆ ਸੀ ਤਾਂ ਉਸ ਵੇਲੇ ਜਿਹੜਾ ਅਮਰੀਕਾ ਦਾ ਰਾਸ਼ਟਰਪਤੀ ਸੀ ਤੇ ਨਾਟੋ ਸੀ ਜਿਹੜੇ, ਉਹਨਾਂ ਨੇ ਇੱਕ ਇਹਨਾਂ ਨਾਲ ਵਾਅਦਾ ਕੀਤਾ ਸੀ
ਕਿ ਅਸੀਂ ਜਿਹੜਾ ਨੈਟੋ ਬਲੌਕ ਹੈ ਉਹਨੂੰ ਐਕਸਪੈਂਡ ਤੁਹਾਡੇ ਤੱਕ ਨਹੀਂ ਕਰਾਂਗੇ ਤੇ ਇਸ ਤਰ੍ਹਾਂ ਹੀ ਜਿਹੜਾ ਵਾ ਉਹ ਰਹੇਗਾ ਜੀ। ਹੁਣ ਜਦੋਂ ਯੂਕਰੇਨ ਜਿਹੜਾ ਹੈ ਯੂਕਰੇਨ ਨੂੰ ਜੇਕਰ ਨੇੜੇ ਲਿਜਾਣ ਲੱਗਿਆ ਨੈਟੋ ਤਾਂ ਇਹ ਵੀ ਇੱਕ ਸਿੱਧਾ ਕਾਰਨ ਹੋ ਸਕਦਾ ਹੈ ਕਿ ਰੂਸ ਨੇ ਅਟੈਕ ਕੀਤਾ ਹੈ। ਬਿਲਕੁਲ ਮੇਨ ਕਾਰਨ ਜਿਹੜਾ ਵਾ ਉਹ ਇਹੀ ਬਣਿਆ ਹੈ ਕਿ ਜਦੋਂ ਯੂਕਰੇਨ ਜਿਹੜਾ ਵਾ ਵੇਖੋ ਇੱਕ ਲਾਰਜੈਸਟ ਯੂਰਪ ਦੇ ਵਿੱਚ ਜਿੰਨੇ ਦੇਸ਼ ਨੇ ਉਹਨਾਂ ਤੋਂ ਲਾਰਜੈਸਟ ਜਿਹੜਾ ਏਰੀਏ ਦੇ ਵਿੱਚ ਵੀ ਪਾਪੂਲੇਸ਼ਨ ਵਾਈਜ਼ ਬਹੁਤ ਵੱਡਾ ਜਿਹੜਾ ਦੇਸ਼ ਹੈ ਉਹ ਗਿਣਿਆ ਜਾਂਦਾ। ਤੁਸੀਂ ਜੇ ਮੈਪ ਦੇ ਉੱਤੋਂ ਉਸ ਨੂੰ ਦੇਖੀਏ ਬੜਾ ਫਰਟਾਈਲ ਹੈ, ਪਾਪੂਲੇਸ਼ਨ ਵੀ ਜਿਹੜੀ ਆ ਉਹ ਕਾਫੀ ਹੈ। ਤੁਸੀਂ ਵੇਖੋ ਕਿ ਇੰਨਾ ਕੁ ਡਿਵੈਲਪ ਤਾਂ ਹੈ ਕਿ ਸਾਡੇ ਕੱਲੇ ਹਿੰਦੁਸਤਾਨ ਦੇ ਵਿੱਚੋਂ 20,000 ਦੇ ਕਰੀਬ ਸਟੂਡੈਂਟ ਉੱਥੇ ਗਿਆ ਹੋਇਆ ਪੜ੍ਹ ਰਹੇ ਆ, ਜਿਹਦੇ ਤੋਂ ਵੱਡੀ ਗਿਣਤੀ ਦੇ ਵਿੱਚ ਜਿਹੜੇ ਮੈਡੀਕਲ ਸਟੂਡੈਂਟ ਹੈ ਇਹ ਕੱਲੇ ਇੱਥੋਂ ਨਹੀਂ ਹੈ, ਚਾਈਨਾ ਤੋਂ ਵੀ ਗਏ ਨੇ, ਅਫਰੀਕਾ ਤੋਂ ਵੀ ਗਏ ਨੇ, ਬਾਕੀ ਬਹੁਤ ਸਾਰੇ ਦੇਸ਼ਾਂ ਤੋਂ ਗਏ ਨੇ। ਜੇ ਅਸੀਂ ਉਹਨਾਂ ਦੀ ਟੋਟਲ ਗਿਣਤੀ ਕਰ ਲਈਏ ਤਾਂ ਇਹ ਸ਼ਾਇਦ ਲੱਖਾਂ ਦੇ ਵਿੱਚ ਜਾਂਦੀ ਹੈ। ਉਹਦਾ ਮਤਲਬ ਇਨਫਰਾਸਟ੍ਰਕਚਰ ਇੰਨਾ ਹੈ। ਛੋਟਾ ਜਿਹਾ ਇੱਥੇ ਜ਼ਰੂਰ ਲੈਣਾ ਚਾਹਾਂਗਾ, ਤੁਸੀਂ ਖੁਦ ਦੱਸਿਆ ਕਿ 1985 ਚ ਤੁਸੀਂ ਵੀ ਉੱਥੋਂ ਇੱਕ ਸਟੂਡੈਂਟ ਦੇ ਤੌਰ ਤੇ ਗਏ ਸੀ ਤੇ ਉੱਥੇ ਤੁਸੀਂ ਇੱਕ ਡਿਪਲੋਮਾ ਕਰਕੇ ਆਏ ਸੀ। ਕੀ ਐਜੂਕੇਸ਼ਨ ਸਿਸਟਮ ਜਿਹੜਾ ਹੈਗਾ ਉਹਨਾਂ ਦਾ ਬਹੁਤ ਸਟਰੋਂਗ ਹੈ ਕਿ ਜਾਂ ਉਹ ਜੇ ਮੁਤਾਬਕ ਢੁਕਮਾ ਸਾਰਿਆਂ ਲਈ? ਨਹੀਂ, ਮੈਂ ਦੱਸ ਦਵਾਂ, ਮੈਂ ਸਿਰਫ ਇੱਕ ਹਫ਼ਤੇ ਲਈ ਹੀ ਇਸ ਏਰੀਏ ਦੇ ਵਿੱਚ ਗਿਆ ਸੀ। ਬੇਸਿਕਲੀ ਮੈਂ ਬੇਸਡ ਮਾਸਕੋ ਦੇ ਵਿੱਚ ਸੀ ਜੀ। ਉਹ ਇੱਕ ਹਫ਼ਤੇ ਦੇ ਵਿੱਚ ਜਿਹੜਾ ਵਾ ਉਹ ਉੱਥੇ ਮੈਂ ਦੇਖ ਕੇ ਆਇਆ ਔਰ ਉਸ ਤੋਂ ਬਾਅਦ ਵੀ ਮੈਨੂੰ ਜਾਣ ਦਾ ਮੌਕਾ ਮਿਲਿਆ। ਮਤਲਬ ਲੰਮੇ ਸਮੇਂ ਜਿਹੜਾ ਟ੍ਰੇਨ ਦੇ ਉੱਤੇ ਵੀ ਮੈਂ ਕੀਵ ਤੋਂ ਬੁਡਾਪੈਸਟ ਤੱਕ ਜਿਹੜਾ ਵਾ ਉਹ 14-15 ਘੰਟੇ ਦਾ ਰਸਤਾ ਵਾ ਟ੍ਰੇਨ ਦੇ ਉੱਤੇ ਗਿਆ। ਕੀਵ ਦੇ ਉੱਤੋਂ ਜਿਹੜਾ ਵਾ ਕ੍ਰੀਮੀਆ ਦੇ ਵਿੱਚ ਉਹ ਵੀ ਜਿਹੜਾ ਵਾ 12-13 ਘੰਟੇ ਦਾ ਸਫ਼ਰ ਹੈ, ਉਹ ਵੀ ਸਾਰਾ ਦੇਖਿਆ ਔਰ ਉੱਥੇ ਜਿਹੜਾ ਵਾ ਕਾਫੀ ਰਿਹਾ, ਸਟੱਡੀ ਕੀਤੇ, ਦੋਸਤ ਵੀ ਉੱਥੇ ਕੁਝ ਸੀ, ਸਾਰਾ ਉਹਨਾਂ ਦੇ ਨਾਲ ਜਿਹੜਾ ਵਾ ਮਿਲ ਵਰਤਨ ਰਿਹਾ। ਕੀ ਐਜੂਕੇਸ਼ਨ ਸਿਸਟਮ ਮਜ਼ਬੂਤ ਹੈ? ਐਜੂਕੇਸ਼ਨ ਸਿਸਟਮ ਜਿਹੜਾ ਵਾ ਕੱਲੇ ਇੱਥੇ ਨਹੀਂ, ਉਹ ਜਿਹੜਾ ਵਾ ਟੋਟਲ ਉਸ ਵੇਲੇ ਰਸ਼ੀਆ ਦੇ ਵਿੱਚ ਵੀ ਜਿਹੜਾ ਪੁਰਾਣਾ ਸੋਵੀਅਤ ਯੂਨੀਅਨ ਸੀ ਉਹਦੇ ਵਿੱਚ ਵੀ ਜਿਹੜਾ ਵਾ ਕਾਫੀ ਮਜ਼ਬੂਤ ਸੀ। ਉਸ ਵੇਲੇ ਵੀ ਹਿੰਦੁਸਤਾਨ ਔਰ ਪੂਰੀ ਦੁਨੀਆ ਦੇ ਵਿੱਚੋਂ ਵੱਡੀ ਗਿਣਤੀ ਦੇ ਵਿੱਚ ਜਿਹੜੇ ਵਿਦੇਸ਼ੀ ਸਟੂਡੈਂਟ ਜਾਂਦੇ ਸੀ। ਸਾਡੇ ਨਾਲ ਵੀ ਵਿਦੇਸ਼ਾਂ ਤੋਂ, ਅਫਰੀਕਾ ਤੋਂ, ਲੈਟਨ ਅਮਰੀਕਾ ਤੋਂ ਬਹੁਤ ਸਾਰੇ ਸਟੂਡੈਂਟ ਸੀ। ਉਹਨਾਂ ਨੇ ਇੱਕ ਸਿਸਟਮ ਜਿਹੜਾ ਵਾ ਦੋ ਚੀਜ਼ਾਂ ਉਹਨਾਂ ਨੇ ਬਿਲਡ ਕੀਤੀਆਂ, ਬਾਕੀ ਬਹੁਤ ਸਾਰੀਆਂ ਪ੍ਰੋਬਲਮ ਸੀ, ਮੈਂ ਉਹਦੇ ਵਿੱਚ ਨਹੀਂ ਜਾਣਾ ਚਾਹੁੰਦਾ, ਪਰ ਜਿਹੜੀਆਂ ਦੋ ਮੇਨ ਚੀਜ਼ਾਂ ਜਿਹੜੀਆਂ ਸਾਡੇ ਹਿੰਦੁਸਤਾਨ 'ਚ ਵੀ ਹੁਣ ਇਲੈਕਸ਼ਨਾਂ ਦੇ ਵਿੱਚ ਅਸੀਂ ਰੌਲਾ ਪਾਉਂਦੇ ਹਾਂ, ਇੱਕ ਸਿਹਤ ਤੇ ਇੱਕ ਸਿੱਖਿਆ, ਇਹ ਦੋਨੋਂ ਹੀ ਜਿਹੜੀਆਂ ਉਹਨਾਂ ਨੇ ਬਹੁਤ ਵੱਡੀ ਗਿਣਤੀ ਦੇ ਵਿੱਚ ਡਿਵੈਲਪ ਕੀਤੀਆਂ, ਬਹੁਤ ਵੱਡੀ ਗਿਣਤੀ ਦੇ ਵਿੱਚ ਡਾਕਟਰ ਪੈਦਾ ਕੀਤੇ ਔਰ ਬਹੁਤ ਵੱਡੀ ਗਿਣਤੀ ਦੇ ਵਿੱਚ ਜਿਹੜੀਆਂ ਇੰਸਟੀਟਿਊਸ਼ਨ ਉਹਨਾਂ ਨੇ ਖੋਲੀਆਂ ਔਰ ਇਹ ਫ੍ਰੀ ਸੀ ਦੋਨੋਂ ਚੀਜ਼ਾਂ। ਜਿੱਥੋਂ ਤੱਕ ਵੀ ਕੋਈ ਪੜ੍ਹ ਲਵੇ, ਯੂਨੀਵਰਸਿਟੀ ਤੱਕ ਪੜ੍ਹ ਲਵੇ ਤਾਂ ਆਲਮੋਸਟ ਫ੍ਰੀ ਸੀ। ਇਸੇ ਤਰ੍ਹਾਂ ਦੇ ਨਾਲ ਮੈਡੀਕਲ ਵੀ ਜਿਹੜਾ ਵਾ ਕਿਸੇ ਵੀ ਹਸਪੀਟਲ ਦੇ ਵਿੱਚ ਜਾਣਾ ਤੇ ਉਹ ਫ੍ਰੀ ਸੀ। ਇਹੀ ਕਾਰਨ ਸੀ ਕਿ ਜਿਹੜਾ ਉਹ ਇਨਫਰਾਸਟ੍ਰਕਚਰ ਸੋਵੀਅਤ ਯੂਨੀਅਨ ਵੇਲੇ ਦਾ ਬਣਿਆ ਸੀ, ਉਸ ਇਨਫਰਾਸਟ੍ਰਕਚਰ ਦੇ ਕਰਕੇ ਹੀ ਜਿਹੜੀ ਆ ਵੱਡੀ ਗਿਣਤੀ ਦੇ ਵਿੱਚ ਉੱਥੇ ਜਿਹੜੇ ਸਟੂਡੈਂਟ ਆ ਉਹ ਜਾਂਦੇ ਸੀ। ਬਹੁਤ ਸਸਤਾ ਉਹਨਾਂ ਨੂੰ ਮੈਡੀਕਲ ਪੈਂਦੀ ਸੀ, 20 ਲੱਖ ਦੇ ਕਰੀਬ ਜਿਹੜਾ ਪੂਰਾ ਉੱਥੋਂ ਪੜ੍ਹ ਕੇ ਜਿਹੜਾ ਸਾਡਾ ਇੰਡੀਅਨ 20 ਲੱਖ ਦੇ ਕਰੀਬ ਸਾਰਾ ਆਪਣਾ ਕੋਰਸ ਪੂਰਾ ਕਰਕੇ ਆ ਜਾਂਦਾ ਸੀ ਔਰ ਅੱਛੀ ਜਿਹੜੀ ਆ ਪੜ੍ਹਾਈ ਉੱਥੇ ਸੀ। ਔਰ ਉਹਦਾ ਜਿਹੜਾ ਯੂਕਰੇਨ ਨੂੰ ਵੀ ਸੀ ਕਿ ਯੂਕਰੇਨ ਜਿਹੜਾ ਵਾ ਉਹਨਾਂ ਨੂੰ ਵਿਦੇਸ਼ੀ ਜਿਹਨੂੰ ਕਹਿ ਲਈਏ ਸੀ ਕਰੰਸੀ ਜਾਂ ਜਿਹੜੇ ਇਨਵੈਸਟਮੈਂਟ ਉੱਥੇ ਇੱਕ ਹਿਸਾਬ ਦੇ ਨਾਲ ਹੁੰਦੀ ਸੀ। ਜਿਵੇਂ ਆਪਣੇ ਸਟੂਡੈਂਟ ਜਿਹੜੇ ਅਮਰੀਕਾ, ਕੈਨੇਡਾ ਜਾਂ ਆਸਟ੍ਰੇਲੀਆ ਦੇ ਵਿੱਚ ਜਾ ਰਹੇ ਨੇ, ਇਸੇ ਹਿਸਾਬ ਦੇ ਨਾਲ ਉਹਨਾਂ ਨੇ ਵੀ ਪ੍ਰਮੋਟ ਕੀਤਾ ਕਿ ਠੀਕ ਹੈ ਵਿਦੇਸ਼ੀ ਸਟੂਡੈਂਟ ਆਉਣ, ਕਿਉਂਕਿ ਉਹਨਾਂ ਕੋਲ ਇਨਫਰਾਸਟ੍ਰਕਚਰ ਪਿਆ ਹੋਇਆ ਤਾਂ ਉਹਨਾਂ ਦੀਆਂ ਫੁੱਲ ਨਹੀਂ ਹੁੰਦੀਆਂ। ਜਿਵੇਂ ਸਾਡੇ ਇੰਜੀਨੀਅਰਿੰਗ ਕਾਲਜ ਜਿਹੜੇ ਇੱਕ ਸਮੇਂ ਤੇ ਬਹੁਤ ਵੱਡੀ ਗਿਣਤੀ 'ਚ ਬਣੇ ਪਰ ਉਹ ਖਾਲੀ ਪਏ ਨੇ, ਉੱਲੂ ਬੋਲਦੇ ਨੇ ਉੱਥੇ, ਇਸੇ ਤਰ੍ਹਾਂ ਉਹਨਾਂ ਦਾ ਵੀ ਇਹ ਸਿਸਟਮ ਬਣਿਆ ਔਰ ਉਸ ਵੇਲੇ ਮਤਲਬ ਜਿਹੜਾ ਉਹਨਾਂ ਨੇ ਸਟੂਡੈਂਟ ਨੂੰ ਸੱਦਾ ਦਿੱਤਾ ਕਿ ਠੀਕ ਹੈ ਤੁਸੀਂ ਆਓ ਔਰ ਇੱਥੇ ਪੜ੍ਹੋ ਔਰ ਇੰਗਲਿਸ਼ ਮੀਡੀਅਮ ਦੇ ਵਿੱਚ ਉਹ ਪੜ੍ਹਾਉਂਦੇ ਸੀ, ਜਿਹਦੇ ਨਾਲ ਕਾਫੀ ਸੌਖ ਸਾਡੇ ਸਟੂਡੈਂਟਸ ਨੂੰ ਜਿਹੜੀ ਹੈ ਹੋ ਜਾਂਦੀ। ਔਰ ਮੇਨ ਕਾਰਨ ਇਹ ਸਾਰਾ ਕੁਝ ਕਰਦਿਆਂ ਹੋਇਆ ਅਸੀਂ ਇਸ ਗੱਲ ਦਿੱਤੇ ਆ ਕਿ ਰਸ਼ੀਆ ਜਿਹੜਾ ਵਾ ਬਾਕੀ ਸਾਰਾ ਕੁਝ ਬਰਦਾਸ਼ਤ ਕਰ ਸਕਦਾ ਸੀ, ਭਾਵੇਂ ਮੈਂ ਪਰਸਨਲੀ ਤੌਰ ਤੇ ਇਸ ਇਨਵੇਜਨ ਨੂੰ ਜਾਂ ਇਸ ਅਟੈਕ ਨੂੰ ਜਸਟੀਫਾਈ ਨਹੀਂ ਕਰ ਸਕਦੇ, ਕਿਉਂਕਿ ਅਲਟੀਮੇਟਲੀ ਮਸਲਾ ਜਿਹੜਾ ਵਾ ਗੱਲਬਾਤ ਦੇ ਨਾਲ ਹੀ ਹੱਲ ਹੋਣਾ ਔਰ ਬੜੀ ਜਿਹੜੀਆਂ ਕੀਮਤੀ ਜਾਨਾਂ ਦੇਖੋ ਉੱਥੇ ਗਈਆਂ ਨੇ, ਪਤਾ ਨਹੀਂ ਕੋਈ 500 ਕਹਿੰਦਾ, ਕੋਈ 1000 ਕਹਿੰਦਾ ਮਰ ਗਿਆ ਔਰ ਬੜੀ ਸਾਡਾ ਵਿਦਿਆਰਥੀ ਵੀ ਮਰ ਗਿਆ। ਬਦਕਿਸਮਤੀ ਵਾਲੀ ਗੱਲ ਹੈ ਕਿ ਸਾਡਾ ਇੱਕ ਸਟੂਡੈਂਟ ਜਿਹੜਾ ਵਾ ਖਾਰਕੀਵ ਜਿਹੜਾ ਇੱਕ ਸਮੁੰਦਰ ਤੇ ਕੰਢੇ, ਬਲੈਕ ਸਾਗਰ ਦੇ ਕੰਢੇ ਤੇ ਸ਼ਹਿਰ ਆ, ਉੱਥੇ ਦਾ ਸਟੂਡੈਂਟ ਸੀ। ਉੱਥੇ ਵੀ ਕਿਉਂਕਿ ਸ਼ੈਲਿੰਗ ਦੇਖੋ ਕੁਝ ਦੇਖਦੀ ਨਹੀਂ ਹੈ, ਜਦੋਂ ਤੁਸੀਂ ਅਟੈਕ ਕਰਦੇ ਹੋ, ਬੰਬ ਬਲਾਸਟ ਆ, ਮਿਜ਼ਾਈਲਾਂ ਜਿਹੜੀਆਂ ਬਰਸ ਰਹੀਆਂ ਤੇ ਉਹ ਇਹ ਨਹੀਂ ਦੇਖਣ ਗਿਆ ਕਿ ਇੰਡੀਅਨ ਆ ਕਿ ਰਸ਼ੀਅਨ ਆ ਜਾਂ ਯੂਕਰੇਨ ਆ ਜਾਂ ਅਫਰੀਕੀ ਆ ਜਾਂ ਚੀਨੀ, ਕੋਈ ਵੀ ਹੈ, ਉਹਨਾਂ ਤਾਂ ਆਪਣਾ ਜਿਹੜਾ ਕੰਮ ਹੈ ਕਰਨਾ। ਪਰ ਉਹ ਨਤੀਜਾ ਤਾਂ ਇਸੇ ਗੱਲ ਦਾ ਹੈ ਕਿ ਜਿਹੜੀ ਲੜਾਈ ਜਿਹੜੀ ਹੈ ਉੱਥੇ ਚੱਲ ਰਹੀ ਹੈ ਔਰ ਇਹ ਜਿਹੜਾ ਅਮਰੀਕਾ ਔਰ ਨੈਟੋ ਸੀ ਉਹ ਪੱਕੇ ਤੌਰ ਤੇ ਉੱਤੇ ਦ੍ਰਿੜ ਸੀ ਕਿ ਅਸੀਂ ਯੂਕਰੇਨ ਨੂੰ ਆਪਣਾ ਮੈਂਬਰ ਬਣਾਉਣਾ ਹੀ ਬਣਾਉਣਾ ਔਰ ਇਹਨੂੰ ਇਨਕਰੇਜ ਕੀਤਾ ਵੀ ਤੂੰ ਰਜਿਸਟਰ ਕਰ, ਯੂਕਰੇਨ ਤੂੰ ਸਾਡਾ ਮੈਂਬਰ ਬਣ, ਅਸੀਂ ਦੇਖ ਲਾਂਗੇ ਰਸ਼ੀਆ ਜਿਹੜਾ ਵਾ ਕੀ ਕਰਦਾ। ਪਰ ਅੱਜ ਜਦੋਂ ਉਹ ਔਖੀ ਘੜੀ ਪਈ ਆ ਤੇ ਉਹ ਸਾਰੇ ਜਿਹੜੇ ਆ ਬੈਠੇ ਆ ਕਿ ਅਸੀਂ ਸੈਂਕਸ਼ਨ ਲਾਵਾਂਗੇ, ਅਸੀਂ ਹਥਿਆਰ ਦੇਵਾਂਗੇ,
ਉੱਥੇ ਤੱਕ ਵੇਖੋ ਉਹ ਤਾਂ ਅਜੇ ਗੂਗਲ ਤੋਂ YouTube ਚੈਨਲ ਬੰਦ ਕਰਵਾ ਰਹੇ ਨੇ ਉਹਨਾਂ ਦੇ। ਕਰ ਰਹੇ ਆ ਹੁਣ, ਮਰਨ ਦੇ ਲਈ ਕੋਈ ਕਿਸੇ ਦੇ ਲਈ ਨਹੀਂ ਆਉਂਦਾ ਨਾ, ਮਰਨਾ ਤਾਂ ਖੁਦ ਹੀ ਪੈਂਦਾ। ਕਾਫੀ ਰੈਜ਼ਿਸਟੈਂਸ ਜਿਹੜੀ ਆ ਉਹ ਯੂਕਰੇਨੀਅਨ ਲੋਕ ਔਰ ਜਿਹੜੀਆਂ ਫੌਜਾਂ ਨੇ ਉਹ ਕਰ ਰਹੀਆਂ ਨੇ, ਪਰ ਬੜਾ ਅਨਫੋਰਚੂਨੇਟ ਜਿਹੜਾ ਪਾਰਟ ਹੈ। ਔਰ ਲੱਗ ਰਿਹਾ ਕਿ ਜਿਵੇਂ ਅੱਜ ਦੀਆਂ ਰਿਪੋਰਟਾਂ ਆ ਰਹੀਆਂ ਕਿ ਬਹੁਤ ਵੱਡੀ ਗਿਣਤੀ ਦੇ ਵਿੱਚ ਜਿਹੜਾ ਕਨਵਾਏ ਆ ਰਸ਼ੀਅਨ ਫੌਜਾਂ ਜਿਹੜੀਆਂ ਕੀਵ ਨੂੰ ਘੇਰ ਰਹੀਆਂ ਨੇ, ਔਰ ਵੈਕਿਊਮ ਬੰਬ ਕੁਝ ਕਹਿ ਰਹੇ ਨੇ, ਪਤਾ ਨਹੀਂ ਇਹ ਸੱਚਾਈ ਹੈ ਕਿ ਕਿਵੇਂ ਹੈ, ਕਿ ਵੈਕਿਊਮ ਬੰਬ ਕੋਈ ਇਸ ਤਰ੍ਹਾਂ ਦਾ ਹੈ ਜਿਹੜੇ ਉੱਥੇ ਚਲਾ ਰਹੇ ਨੇ, ਜਿਹਦੇ ਨਾਲ ਇਹ ਕਹਿੰਦੇ ਆ ਕਿ ਇੱਕ ਆਕਸੀਜਨ ਜਿਹੜੀ ਉਹ ਕਾਫੀ ਘਟ ਜਾਂਦੀ, ਵੈਕਿਊਮ ਪੈਦਾ ਕੀਤਾ ਤੇ ਨੁਕਸਾਨ ਜਿਹੜਾ ਉਹਦਾ ਹੋਰ ਵੀ ਹੁੰਦਾ। ਦੇਖੋ, ਲੜਾਈ ਦੇ ਵਿੱਚ ਰਸ਼ੀਆ ਕਹਿ ਰਿਹਾ ਕਿ ਅਸੀਂ ਮਿਲਟਰੀ ਐਸਟੈਬਲਿਸ਼ਮੈਂਟ ਤੇ ਹੀ ਜਿਹੜਾ ਉਹ ਅਟੈਕ ਕਰਨਾ, ਪਰ ਜਦੋਂ ਮਿਜ਼ਾਈਲਾਂ ਚੱਲਦੀਆਂ ਨਾ, ਤੁਸੀਂ ਜਿਹੜਾ ਵਾ ਉਹ ਰੋਕ ਨਹੀਂ ਸਕਦੇ, ਉਹ ਇੱਧਰ ਵੀ ਜਾ ਸਕਦੀ, ਥੋੜਾ ਇੱਧਰ ਵੀ ਜਾ ਸਕਦੀ, ਉਹਦੇ ਸਿੱਟੇ ਜਿਹੜੇ ਆ ਉਹ ਟੈਕਨੀਕਲ ਫਲੇਅਰ ਹੋਣ ਕਰਕੇ ਇੱਧਰ ਉੱਧਰ ਵੀ ਜਾ ਸਕਦੇ, ਔਰ ਉਹੀ ਜਿਹੜਾ ਕੁਝ ਹੋ ਰਿਹਾ। ਔਰ ਅਗਲੇ ਦਿਨਾਂ ਦੇ ਵਿੱਚ ਲੱਗ ਰਿਹਾ ਕਿ 1-2 ਦਿਨਾਂ ਦੇ ਵਿੱਚ ਹੋਰ ਬੜਾ ਸਖਤ ਟਾਈਮ ਜਿਹੜਾ ਵਾ ਉਹ ਆਉਣ ਵਾਲਾ। ਇਹੀ ਕਾਰਨ ਆ ਨੀਲ ਜੀ ਕਿ ਸਾਡੀ ਗਵਰਨਮੈਂਟ ਨੇ ਜਿੰਨੇ ਪਹਿਲਾਂ ਜ਼ੋਰਦਾਰ ਤਰੀਕੇ ਨਾਲ ਨਹੀਂ ਸੀ ਕਿਹਾ ਕਿ ਤੁਸੀਂ ਜਿਹੜਾ ਵਾ ਬਾਹਰ ਨਿਕਲੋ ਸਾਡੇ ਸਟੂਡੈਂਟਸ ਨੂੰ, ਅੱਜ ਤਾਂ ਕਿਹਾ ਕਿ ਅੱਜ ਹੀ ਖਾਲੀ ਕਰੋ, ਕਹਿਤਾ ਕਿ ਅੱਜ ਹੀ ਖਾਲੀ ਕਰੋ ਜੀ। ਇਹ ਇੱਕ ਇੰਡੀਕੇਸ਼ਨ ਹੈ ਕਿ 1-2 ਦਿਨਾਂ ਦੇ ਵਿੱਚ ਬਹੁਤ ਹੀ ਜਿਹੜਾ ਸਖਤ ਹਮਲਾ ਜਿਹੜਾ ਵਾ ਉਹ ਹੋਣ ਵਾਲਾ, ਕਨਫਲਿਕਟ ਜਿਹੜਾ ਬਹੁਤ ਸਖਤ ਤਰੀਕੇ ਨਾਲ ਜਿਹੜਾ ਰੂਪ ਅਖਤਿਆਰ ਕਰ ਗਿਆ ਜਿਹਨੂੰ ਕਹੀਏ, ਔਰ ਉਹਦੇ ਵਿੱਚੋਂ ਜਿਹੜੀ ਆ ਤਬਾਹੀ ਜਿਹੜੀ ਆ ਉਹ ਹੋਣੀ ਹੈ, ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈ। ਪਰ ਕੂਟਨੀਤਿਕ ਤੌਰ ਦੇ ਉੱਤੇ ਕੀ ਲੱਗਦਾ ਹੈ ਕਿ ਕਿਸ ਤਰ੍ਹਾਂ ਰੁਕ ਸਕਦੀ ਹੈ ਇਹ ਜੰਗ? ਹੁਣ ਕਿਸ ਤਰ੍ਹਾਂ ਰੂਸ ਜਿਹੜਾ ਪਿੱਛੇ ਹਟ ਸਕਦਾ ਹੈ? ਕੀ ਯੂਕਰੇਨ ਇਹ ਅੰਡਰਟੇਕਿੰਗ ਦੇਵੇ ਕਿ ਮੈਂ ਨੈਟੋ ਵੱਲ ਮੂੰਹ ਨਹੀਂ ਕਰਾਂਗਾ ਕਦੇ, ਜੋ ਕਿ ਉਹ ਦੇਣ ਨੂੰ ਤਿਆਰ ਨਹੀਂ? ਬੜਾ ਸਿੰਪਲ ਰੀਜ਼ਨ ਹੈ, ਵੇਖੋ ਯੂਰਪ ਦੇ ਵਿੱਚ ਇਹ ਨਹੀਂ ਹੈ ਕਿ ਸਾਰੇ ਯੂਰਪੀਅਨ ਜਿਹੜੇ ਨੈਟੋ ਔਰ ਅਮਰੀਕੀ ਅਲਾਇੰਸ ਦੇ ਜਿਹੜੇ ਮਿਲਟਰੀ ਅਲਾਇੰਸ ਦੇ ਮੈਂਬਰ ਹੈ, ਉਹਦੇ ਵਿੱਚ ਆਸਟ੍ਰੇਲੀਆ ਨਹੀਂ ਹੈ ਜਿਹੜਾ ਨਿਊਟਰਲ ਪੋਜੀਸ਼ਨ ਉਹਨੇ ਆਪਣੀ ਸ਼ੁਰੂ ਤੋਂ ਹੀ ਸੈਕੰਡ ਵਰਲਡ ਵਾਰ ਤੋਂ ਬਾਅਦ ਤੋਂ ਉਹਨੇ ਆਪਣੀ ਨਿਊਟਰਲ ਪੋਜੀਸ਼ਨ ਰੱਖੀ ਹੋਈ ਹੈ ਕਿ ਮੈਂ ਕਿਸੇ ਬਲੌਕ ਦੇ ਵਿੱਚ ਨਹੀਂ ਆਣਾ। ਇਸੇ ਤਰ੍ਹਾਂ ਸਵਿਟਜ਼ਰਲੈਂਡ ਹੈ, ਉਹ ਕਦੇ ਵੀ ਜਿਹੜਾ ਵਾ ਕਿਸੇ ਮਿਲਟਰੀ ਬਲੌਕ ਦਾ ਜਿਹੜਾ ਮੈਂਬਰ ਹੈ ਉਹ ਨਹੀਂ ਬਣਿਆ ਹੈ। ਇਸੇ ਤਰ੍ਹਾਂ ਜਿਹੜਾ ਵਾ ਯੂਕਰੇਨ ਦੇ ਵਿੱਚ ਵੀ ਕੋਈ ਨੁਕਸਾਨ ਇਸ ਗੱਲ ਦਾ ਨਹੀਂ ਸੀ ਕਿ ਉਹ ਕਹਿੰਦਾ ਭਾਈ ਠੀਕ ਹੈ, ਰੂਸ ਜਿਹੜਾ ਵਾ ਇੱਕ ਤਾਕਤਵਰ ਉਹਦਾ ਗਵਾਂਢੀ ਦੇਸ਼ ਹੈ, ਯੂਰਪੀਅਨ ਬਲੌਕ ਜਿਹੜਾ ਵਾ ਯੂਰਪੀਅਨ ਯੂਨੀਅਨ ਦੇ ਨਾਂ ਤੇ ਜਿਹਨੂੰ ਅਸੀਂ ਜਾਣਦੇ ਹਾਂ, ਜਿਹੜਾ ਇੱਕ ਪੋਲੀਟੀਕਲੀ ਵੀ ਇੱਕ ਬਲੌਕ ਹੈ ਇਕੱਠੇ ਯੂਰਪੀਅਨ ਯੂਨੀਅਨ ਦੇ ਤੌਰ ਤੇ, ਚਾਹੇ ਵੱਖਰੇ ਵੱਖਰੇ ਦੇਸ਼ ਨੇ, ਉਹਨਾਂ ਦੀ ਵੀ ਉਹਨੂੰ ਜ਼ਰੂਰਤ ਹੈ। ਇੱਕ ਵਿੱਚ ਜਿਹੜਾ ਵਾ ਇੱਕ ਬਫਰ ਜ਼ੋਨ ਜਿਹੜਾ ਵਾ ਉਹ ਯੂਰਪੀਅਨ ਯੂਨੀਅਨ ਜਾਂ ਨੈਟੋ ਔਰ ਜਿਹੜਾ US ਦਾ ਜਿਹੜਾ ਅਲਾਇੰਸ ਹੈ ਉਹ ਯੂਕਰੇਨ ਹੈ ਤੇ ਉਹਨੂੰ ਚਾਹੀਦਾ ਸੀ ਠੀਕ ਹੈ ਆਪਣੀ ਡਿਵੈਲਪਮੈਂਟ ਜੇ ਉਹਦੀ ਹੋਰ ਬਹੁਤ ਕਰਨੀ ਹੈ, ਆਪਣੇ ਜਿਹੜੇ ਆ ਹੋਰ ਪ੍ਰਸਾਰ ਉਹਨੇ ਜਿਹੜਾ ਵਾ ਕਰਨਾ ਕਿ ਦੋਨਾਂ ਦੇ ਨਾਲ ਚੰਗੇ ਸੰਬੰਧ ਬਣਾ ਕੇ ਰੱਖਦਾ ਔਰ ਕਰਦਾ। ਪਰ ਉਹਦੇ ਵਿੱਚ ਜਿਹੜੀ ਇੱਕ ਹੋਰ ਵੀ ਪ੍ਰੋਬਲਮ ਆਈ ਕਿ ਜਿਹੜੇ ਉੱਥੇ ਰੂਸੀ ਸਪੀਕਿੰਗ ਲੋਕ ਨੇ, ਕਿਉਂਕਿ ਵੱਡੀ ਗਿਣਤੀ ਜਿਹੜੀ ਆ ਉਹਦੇ ਵਿੱਚ ਹੈ, ਕ੍ਰੀਮੀਆ ਜਿਹੜਾ ਯੂਕਰੇਨ ਦਾ ਪਾਰਟ ਸੀ ਪਹਿਲਾਂ, ਉਹ ਦੇਖੋ ਪੂਰੀ ਦਾ ਪੂਰਾ ਵੱਖ ਹੋ ਗਿਆ। ਉਹਨਾਂ ਨੇ ਉੱਥੇ ਰੈਫਰੈਂਡਮ ਵੀ ਕਰਾਇਆ, ਰੈਫਰੈਂਡਮ ਦੇ ਵਿੱਚ ਮੇਰੇ ਖਿਆਲ 90% ਕਿੰਨੇ % ਲੋਕਾਂ ਨੇ ਕਿਹਾ ਨਹੀਂ ਅਸੀਂ ਜਿਹੜਾ ਵਾ ਰੂਸ ਦੇ ਨਾਲ ਰਲਣਾ। ਉਹ ਪਹਿਲਾਂ ਹੀ ਕ੍ਰੀਮੀਆ ਜਿਹੜਾ ਵਾ ਉਹ ਅਲੱਗ ਹੋ ਗਿਆ, ਜਿਹੜਾ ਬਲੈਕ ਸਾਗਰ ਦੇ ਕੰਢੇ ਦੇ ਉੱਤੇ। ਇਸੇ ਤਰ੍ਹਾਂ 2 ਪ੍ਰੋਵਿੰਸ ਜਿਹੜੇ ਆ, ਦਨਿਤਸਕ ਰੀਜਨ ਜਿਹੜਾ ਵਾ ਔਰ ਲੁਸ਼ਾਂਕ ਰੀਜਨ ਜਿਹੜਾ ਵਾ, ਉਹ ਦੋਨਾਂ ਨੇ ਵੀ ਪਾਰਟਲੀ ਜਿਹੜਾ ਡਿਕਲੇਅਰ ਕਰਤਾ ਕਿ ਅਸੀਂ ਜਿਹੜਾ ਵਾ ਇੰਡੀਪੈਂਡੈਂਟ ਆ, ਅਸੀਂ ਯੂਕਰੇਨ ਦੇ ਵਿੱਚ ਨਹੀਂ ਜਾਣਾ। ਔਰ ਬਾਕੀ ਜਗ੍ਹਾ ਦੇ ਉੱਤੇ ਵੀ ਜਿਹੜੇ ਰਸ਼ੀਅਨ ਸਪੀਕਿੰਗ ਲੋਕ ਹੈ ਉਹ ਸਮਝਦੇ ਸੀ ਕਿ ਜਿਹੜੀ ਇਹ ਸਰਕਾਰ, ਖਾਸ ਕਰਕੇ ਜ਼ੈਲੈਂਸਕੀ ਦੀ ਜਿਹੜੀ ਸਰਕਾਰ ਬਣੀ ਆ, ਇਹ ਸਾਡੇ ਨਾਲ ਡਿਸਕ੍ਰਿਮੀਨੇਸ਼ਨ ਕਰਦੀ ਹੈ, ਸਾਡੀ ਰੇਸ ਦੇ ਹਿਸਾਬ ਦੇ ਨਾਲ, ਸਾਡੀ ਬੋਲੀ ਦੇ ਹਿਸਾਬ ਦੇ ਨਾਲ, ਤੇ ਸਾਨੂੰ ਜਿਹੜਾ ਵਾ ਇੱਥੇ ਨਿਆਂ ਨਹੀਂ ਮਿਲ ਰਿਹਾ। ਇੱਕ ਫੀਲਿੰਗ ਉਹਨਾਂ ਦੇ ਵਿੱਚ ਸਮੇਂ ਦੇ ਨਾਲ ਜਿਹੜੀ ਡਿਵੈਲਪ ਹੋਈ, ਔਰ ਉਹ ਵੀ ਜਿਹੜਾ ਵਾ ਰਸ਼ੀਅਨ ਜਿਹੜੇ ਆ ਬਾਰ-ਬਾਰ ਕਹਿੰਦੇ ਰਹੇ ਕਿ ਤੁਸੀਂ ਜਿਹੜਾ ਵਾ ਇਹਨਾਂ ਨਾਲ ਪ੍ਰੋਪਰ ਜਿਹੜਾ ਬਿਹੇਵ ਕਰੋ, ਪਰ ਸ਼ਾਇਦ ਉਹ ਨਹੀਂ ਸੰਭਵ ਹੋਇਆ। ਇੱਕ ਤਾਂ ਹੈ, ਦੂਸਰਾ ਸ਼ਾਇਦ ਰਸ਼ੀਆ ਦੇ ਦਿਮਾਗ ਦੇ ਵਿੱਚ ਇਹ ਵੀ ਹੋਵੇ ਕਿ ਦੇਖੋ ਮੈਂ ਹੋ ਸਕਦਾ ਕਿ ਪੂਰਾ ਜਿਹੜਾ ਵਾ ਉਹ ਯੂਕਰੇਨ ਤੇ ਕਬਜ਼ਾ ਨਾ ਕਰ ਸਕਾਂ, ਪਰ ਜਿਹੜਾ ਇੱਕ ਮੈਜੋਰਟੀ ਜਿਹੜੀ ਰਸ਼ੀਅਨ ਸਪੀਕਿੰਗ ਆ, ਜਾਂ ਜਿੱਥੇ ਜਿਹੜੀ ਚੰਗੀ ਆਬਾਦੀ ਜਿਹੜੀ ਆ ਰਸ਼ੀਅਨ ਸਪੀਕਿੰਗ ਦੀ ਆ, ਜਿਹਦੀਆਂ ਹਮਦਰਦੀਆਂ ਰਸ਼ੀਆ ਦੇ ਨਾਲ ਰਹੀਆਂ ਨੇ, ਉਹ ਕਾਫੀ ਉਹ ਹੈ ਜਿਹੜੀ ਇੱਕ ਦਨੇਪਰ ਨਦੀ ਜਿਹੜੀ ਆ, ਉਸ ਪੂਰੇ ਤੁਸੀਂ ਨਕਸ਼ਾ ਦੇਖੋਗੇ, ਦਨੇਪਰ ਨਦੀ ਜਿਹੜੀ ਆ ਬੈਲੋਰਸ਼ੀਆ ਤੋਂ ਸ਼ੁਰੂ ਹੋ ਕੇ ਬਲੈਕ ਸਾਗਰ ਤੱਕ ਐ ਜਾਂਦੀ, ਵਿੱਚੋਂ ਦੀ ਆਲਮੋਸਟ ਜਿਹੜੀ ਆ ਉਹ ਨਿਕਲਦੀ ਆ ਕਿ ਸ਼ਾਇਦ ਮੈਂ ਇਸ ਏਰੀਏ ਦੇ ਉੱਤੇ ਕਬਜ਼ਾ ਕਰ ਲਵਾਂ ਤਾਂ ਕਿ ਇੱਕ ਬਫਰ ਜ਼ੋਨ ਜਿਹੜਾ ਵਾ ਉਹ ਜੇ ਕੱਲ ਨੂੰ ਮੰਨ ਲਓ ਕਿਸੇ ਹਾਲਤ ਦੇ ਵਿੱਚ ਯੂਕਰੇਨ ਦਾ ਉਹ ਏਰੀਆ ਨਾਟੋ ਦੇ ਵਿੱਚ ਜਾਂਦਾ ਵੀ ਆ, ਤੇ ਘੱਟੋ ਘੱਟ ਇੱਕ ਬਫਰ ਜ਼ੋਨ ਜਿਹੜਾ ਦਨੇਪਰ ਨਦੀ ਦੇ ਨਾਲ ਆ, ਇਹ ਮੇਰੇ ਨਾਲ ਜਿਹੜਾ ਵਾ ਉਹ ਰਵੇ, ਤੇ ਇੱਥੋਂ ਮੈਂ ਕਹਾਂਗਾ ਠੀਕ ਹੈ ਕੰਮ, ਇੱਥੇ ਸਾਨੂੰ ਜਿਹੜਾ ਵਾ ਉਹ ਮਤਲਬ ਐਕਸੈਪਟੇਬਲ ਹੈ।
ਦੂਸਰੀ ਗੱਲ ਜਿਹੜੀ ਹੈ ਕਿ ਵੇਖੋ ਦਬਾਅ ਜਿਹੜਾ ਵਾ ਉਹ ਪਾ ਰਿਹਾ, ਮਿਲਟਰੀ ਦਾ ਦਬਾਅ ਜਿਹੜਾ ਤਗੜਾ ਵਾ ਉਹ ਤਾਂ ਪਾਉਂਦਾ ਹੀ ਪਾਉਂਦਾ ਜੀ। ਤੇ ਇਹ ਵੀ ਦੇਖ ਰਹੇ ਨੇ ਕਿ ਸਾਨੂੰ ਨੈਟੋ ਤੋਂ ਜਾਂ ਜਿਹੜੇ ਬਾਕੀ ਉਂਗਲਾ ਲੋਕ ਲਾਉਣ ਵਾਲੇ ਜਿਹੜੇ ਦੇਸ਼ ਸੀ ਉਹਨਾਂ ਤੋਂ ਸਾਨੂੰ ਕੁਝ ਮਿਲ ਨਹੀਂ ਰਿਹਾ, ਤੇ ਉਹ ਵੀ ਜਿਹੜਾ ਇਹ ਸਮਝ ਲਵੇ ਕਿ ਇਹਦੇ ਵਿੱਚ ਕੋਈ ਨੁਕਸਾਨ ਨਹੀਂ ਸੀ ਕਿ ਮੈਂ ਜਿਹੜਾ ਵਾ ਆਪਣੀ ਨਿਊਟਰਲ ਪੋਜੀਸ਼ਨ, ਇੰਡੀਪੈਂਡੈਂਟ ਪੋਜੀਸ਼ਨ ਬਣਾ ਕੇ ਜਾਂਦਾ, ਤੇ ਮੈਨੂੰ ਜਿਹੜਾ ਵਾ ਇਹਦੇ ਵਿੱਚ ਜਾਣ ਦਾ, ਨੈਟੋ ਦੇ ਵਿੱਚ ਜਾਣ ਦਾ ਜਾਂ ਅਮਰੀਕਾ ਦੇ ਨਾਲ ਅਲਾਇੰਸ ਕਰਨ ਦਾ ਕੋਈ ਬਹੁਤਾ ਲੰਬਾ ਚੌੜਾ ਫਾਇਦਾ ਨਹੀਂ ਸੀ ਹੋਣਾ। ਇਸ ਕਰਕੇ ਹੁਣ 2 ਵਰਸ਼ਨ ਹੈ, ਜਿਹੜੀ ਇੱਕ ਪੋਲੀਟੀਕਲ ਇਹਨਾਂ ਦੀ ਗੱਲਬਾਤ ਵੀ ਚੱਲੀ ਹੈ, ਉਹਦੇ ਵਿੱਚ ਸਭ ਤੋਂ ਪਹਿਲਾਂ ਜਿਹੜਾ ਵਾ ਯੂਕਰੇਨ ਨੇ ਇਹ 2 ਮੰਗਾਂ ਰੱਖੀਆਂ, ਇੱਕ ਤਾਂ ਇਮੀਡੀਏਟ ਸੀਜ਼ ਫਾਇਰ ਜੀ, ਦੂਸਰਾ ਕਿ ਰਸ਼ੀਅਨ ਫੌਜਾਂ ਜਿਹੜੀਆਂ ਵਾ ਉਹ ਵਾਪਸ ਜਾਣ। ਇਸੇ ਤਰ੍ਹਾਂ ਨਾਲ ਰਸ਼ੀਆ ਨੇ ਜਿਹੜੀਆਂ ਵਾ ਉਹ ਮੰਗਾਂ ਜਿਹੜੀਆਂ ਇਹ ਰੱਖੀਆਂ ਕਿ ਐਗਰੀਮੈਂਟ ਸਾਈਨ ਕਰੋ ਕਿ ਤੁਸੀਂ ਜਿਹੜਾ ਵਾ ਨਾਟੋ ਔਰ US ਦਾ ਜਿਹੜਾ ਅਮਰੀਕਾ ਦਾ ਜਿਹੜਾ ਅਲਾਇੰਸ ਹੈ ਉਹਦੇ ਵਿੱਚ ਨਹੀਂ ਜਾਓਗੇ ਤੇ ਆਪਣੀ ਨਿਊਟਰਲ ਪੋਜੀਸ਼ਨ ਜਿਹੜੀ ਹੈ ਉਹ ਮੇਨਟੇਨ ਕਰਕੇ ਰੱਖੋਗੇ। ਇਹ ਹੁਣ ਦੋਨੇ ਜਿਹੜੇ ਪੋਲੀਟੀਕਲ ਇਸ਼ੂਜ਼ ਪਏ ਨੇ, ਇਹ ਹੁਣ ਡਿਪੈਂਡ ਕਰਦਾ ਕਿ ਅਗਲੇ 1-2 ਦਿਨਾਂ ਦੇ ਵਿੱਚ ਕਿਸ ਤਰ੍ਹਾਂ ਨਾਲ ਜਿਹੜੀ ਆ ਉਹ ਚੇਂਜ ਆਉਂਦੀ ਹੈ। ਤੁਸੀਂ ਬਿਲਕੁਲ ਠੀਕ ਆ ਕਿ ਅਜੇ ਤੱਕ ਜਿਹੜੀ ਹੈ ਇਹ ਥਰਡ ਵਾਰ, ਵਰਲਡ ਵਾਰ ਤਾਂ ਨਹੀਂ ਇਹਨੂੰ ਕਹਿ ਸਕਦੇ, ਪਰ ਜੇ ਤੁਸੀਂ ਇਕਨੋਮੀ ਦੇ ਵਿੱਚ ਦੇਖਣਾ, ਆਰਥਿਕਤਾ ਦੇ ਵਿੱਚ ਦੇਖਣਾ, ਤੇ ਇੱਕ ਵਰਲਡ ਵਾਰ ਨਾਲੋਂ ਘੱਟ ਨਹੀਂ ਹੈ। ਅੱਜ ਵੇਖੋ ਨੀਲ ਜੀ, ਜਿੱਥੇ ਵੀ ਇਕਨੋਮੀ ਜਿਹੜੀ ਆ ਨਾ ਪੂਰੇ ਦੇਸ਼ਾਂ ਦੀ ਇੰਟੈਗ੍ਰੇਟਿਡ ਇਕਨੋਮੀ ਹੈ, ਕਿਤੇ ਛੋਟੇ ਜਿਹੇ ਦੇਸ਼ ਦੇ ਵਿੱਚ ਵੀ ਕਨਫਲਿਕਟ ਹੁੰਦਾ ਨਾ, ਉਹ ਪੂਰੀ ਜਿਹੜੀ ਵਰਲਡ ਦੀ, ਜਿਹੜੀ ਦੁਨੀਆ ਦੀ ਆਰਥਿਕਤਾ ਹੈ ਉਹਨੂੰ ਪ੍ਰਭਾਵਿਤ ਕਰਦਾ। ਤੁਸੀਂ ਵੇਖੋਗੇ ਕਿ ਰਸ਼ੀਆ ਗਲੋਬਲ ਵਿਲੇਜ ਹੋ ਗਈ ਹੈ। ਰਸ਼ੀਅਨ ਜਿਹੜੀ ਗੈਸ ਹੈ ਉਹ ਸਾਰੇ ਯੂਰਪੀਅਨ ਦੇਸ਼ਾਂ ਦੇ ਵਿੱਚ ਉਹ ਜਾ ਰਹੀ ਹੈ, ਰਸ਼ੀਅਨ ਗ੍ਰੇਨਸ ਜਾ ਰਹੀ ਹੈ। ਜੇ ਉਹ ਜਿਹੜਾ ਬੰਦ ਹੋ ਜਾਵੇ, ਰਸ਼ੀਅਨ ਗੈਸ ਬੰਦ ਹੋ ਜਾਵੇ, ਤਾਂ ਜਿਹੜਾ ਇੱਕ ਬਹੁਤ ਹੀ ਮਾੜੀ ਹਾਲਤ ਜਿਹੜੀ ਹੈ ਉਹ ਯੂਰਪ ਦੇ ਵਿੱਚ ਪੈਦਾ ਹੋ ਜਾਵੇ। ਤੇਲ ਦੇ ਜ਼ਖੀਰੇ ਜਿਹੜੇ ਆ ਬਹੁਤ ਵੱਡੀ ਮਾਤਰਾ ਦੇ ਵਿੱਚ ਨੇ ਰੂਸ ਦੇ ਕੋਲੇ, ਔਰ ਉਹ ਬੜੀ ਵੱਡੀ ਮਾਤਰਾ ਦੇ ਵਿੱਚ ਜਿਹੜਾ ਉਹ ਬਾਹਰ ਜਾ ਰਿਹਾ। ਇਸ ਕਰਕੇ ਜੇ ਇਹ ਚੀਜ਼ਾਂ ਹਿਲਦੀਆਂ ਨੇ, ਇਹਦਾ ਸਿਰਫ ਅਸਰ ਜਿਹੜਾ ਵਾ ਨਾ, ਉਹ ਕਹਿੰਦੇ ਕਿ ਸੈਂਕਸ਼ਨ ਲਾ ਦਾਂਗੇ ਸਿਰਫ ਰਸ਼ੀਅਨ ਲੋਕਾਂ ਦੇ ਉੱਤੇ ਪਊਗਾ, ਇਹਦਾ ਅਸਰ ਜਿਹੜਾ ਵਾ ਪੂਰੀ ਦੁਨੀਆ 'ਚ ਪੈਣਾ। ਤੁਸੀਂ ਦੇਖੋ ਤੇਲ ਦੀਆਂ ਕੀਮਤਾਂ ਜੇ 4-5 ਦਿਨ ਹੋਏ ਨੇ, $100 ਤੋਂ ਉੱਪਰ ਬੈਰਲ ਜਿਹੜਾ ਵਾ ਕੱਚੇ ਤੇਲ ਦੀਆਂ ਕੀਮਤਾਂ ਉਹ ਚਲੇ ਗਈਆਂ ਨੇ, ਔਰ ਆਉਣ ਵਾਲੇ ਸਮੇਂ ਦੇ ਵਿੱਚ ਉਹ ਹੋਰ ਵਧਣਾ। ਔਰ ਇਹਦੇ ਨਾਲ ਸਾਨੂੰ ਹਿੰਦੁਸਤਾਨ ਦੇ ਵਿੱਚ ਬੈਠਿਆਂ ਵੀ ਅਸਰ ਪੈਣਾ, ਦੁਨੀਆ 'ਚ ਕਿਤੇ ਵੀ ਕੋਈ ਬੈਠਾ ਹੈ ਉਹਦੇ ਉੱਤੇ ਜਿਹੜਾ ਅਸਰ ਪੈਣਾ। ਇਹ ਤਾਂ ਇੱਕ ਕੱਲਾ ਉਹਦਾ ਪੱਖ ਹੈ ਤੇਲ ਦਾ। ਬਾਕੀ ਜਗ੍ਹਾ ਦੇ ਉੱਤੇ ਵੀ ਜਿਹੜਾ ਵਾ ਉਹ ਇਕੋਨੋਮੀ ਦੀ, ਜਿਵੇਂ ਮੈਂ ਕਿਹਾ, ਗੈਸ ਹੈ, ਵਪਾਰ ਆ ਆਪਸ ਦੇ ਵਿੱਚ ਯੂਕਰੇਨ ਦੇ ਨਾਲ ਵੀ, ਬਾਕੀ ਸਾਰੀ ਜਿਹੜੀ ਮਾਰਕੀਟ ਹੈ ਉਹਦੇ ਉੱਤੇ ਇੱਕ ਦੂਜੇ ਦੇ ਨਾਲ ਜਿਹੜਾ ਵਾ ਇਹਦਾ ਅਸਰ ਪੈਣਾ, ਜਿਹੜਾ ਕਿ ਬਹੁਤ ਅਨਫੋਰਚੂਨੇਟ ਸਾਰੀ ਦੁਨੀਆ ਦੇ ਲਈ ਹੋਏਗਾ। ਜੀ ਬਿਲਕੁਲ, ਅਸੀਂ ਗੱਲਬਾਤ ਕੀਤੀ ਹੈ ਐਡਵੋਕੇਟ HS ਬਾਠ, ਜੋ ਕਿ ਰੂਸ ਦੇ ਵਿੱਚ 1985-86 ਦੇ ਵਿੱਚ 1 ਸਾਲ ਦਾ ਜਾਂ ਜਿੰਨੀ ਵੀ ਸਮੇਂ ਦਾ ਉਹ ਡਿਪਲੋਮਾ ਕਰਨ ਗਏ ਸੀ। ਉਸ ਵਕਤ ਉਹਨਾਂ ਨੂੰ ਯੂਕਰੇਨ ਜਾਣ ਦਾ ਵੀ ਮੌਕਾ ਮਿਲਿਆ ਸੀ। ਅਸੀਂ ਇਹ ਸਾਰੀ ਸਮਝੀ ਹੈ ਕਿ ਇਹ ਯੁੱਧ ਦੀ ਜੜ ਕੀ ਹੈ। ਜੜ ਸਿੱਧੀ ਹੈ ਕਿ ਨੈਟੋ ਜਿਹੜੇ ਕਿ ਅਟਲਾਂਟਿਕ ਮੁਲਕਾਂ ਦੀ ਜਿਹੜੀ ਹੈਗੀ ਟ੍ਰੇਟੀ ਹੈ, ਜਿਹੜੀ ਮਿਲਟਰੀ ਟ੍ਰੇਟੀ ਹੈ, ਕਿ ਅਸੀਂ ਇਕੱਠੇ ਹਾਂ, ਯਾਨੀ ਕਿ ਸਾਨੂੰ ਜੇਕਰ ਕੋਈ ਸਾਡੇ ਨਾਲ ਪੰਗਾ ਲਏਗਾ ਤਾਂ ਅਸੀਂ ਇਕੱਠੇ ਹੋ ਕੇ ਸਾਡੇ ਨਾਲ ਪੰਗਾ ਲਿਆ ਮੰਨਿਆ ਜਾਏਗਾ, ਜਿਸ 'ਚ ਅਮਰੀਕਾ ਵੀ ਸ਼ਾਮਲ ਹੈ। ਤਾਂ ਉਹਨਾਂ ਦੇ ਵਿੱਚ ਜਿਹੜੀ ਜਦੋਂ ਸੋਵੀਅਤ ਯੂਨੀਅਨ ਟੁੱਟਦੀ ਹੈ, ਜਿਵੇਂ ਕਿ ਬਾਠ ਸਾਹਿਬ ਨੇ ਵੀ ਕਿਹਾ ਹੈ, ਤਾਂ ਉਦੋਂ ਇਹ ਕਿਹਾ ਜਾਂਦਾ ਹੈ ਕਿ ਨੈਟੋ ਜਿਹੜਾ ਹੈਗਾ ਉਹ ਇਹਨਾਂ ਦੀ ਸੋਵੀਅਤ ਯੂਨੀਅਨ ਦੇ ਟੁੱਟੇ ਮੁਲਕਾਂ ਨੂੰ ਹੱਥ ਨਹੀਂ ਲਾਏਗਾ। ਯੂਕਰੇਨ ਨੇ ਜਿਹੜਾ ਹੱਥ ਵਧਾਇਆ ਤੇ ਨੈਟੋ ਨੇ ਵੀ ਹੱਥ ਵਧਾਇਆ, ਜਿਸ ਤੋਂ ਰੂਸ ਨੂੰ ਬਿੜਕ ਲੱਗੀ ਕਿ ਨੈਟੋ ਜਿਹੜਾ ਹੈਗਾ ਉਹ ਮਿਲਟਰੀ ਕੰਬਾਈਨ ਜਿਹੜੇ ਇਕੱਠੀ ਫੌਜ ਰੱਖਦੇ ਨੇ ਜਿਹੜੇ ਮੁਲਕ, ਉਹ ਜਿਹੜਾ ਹੈਗਾ ਮੇਰੇ ਬੂਹੇ ਤੇ ਆ ਗਏ ਨੇ, ਕਿਉਂਕਿ ਗੁਆਂਢ ਜਿਹੜਾ ਬਿਲਕੁਲ ਯੂਕਰੇਨ ਦਾ ਤੇ ਰਸ਼ੀਆ ਦਾ ਬਿਲਕੁਲ ਪੈਂਦਾ ਹੈ, ਸਰਹੱਦ ਸਾਂਝੀ ਹੈ। ਉਸ ਬਿੜਕ ਤੋਂ ਡਰਦੇ ਮਾਰੇ ਨੇ ਰੂਸ ਨੇ ਜਿਹੜਾ ਹੈ ਯੂਕਰੇਨ ਦੇ ਉੱਤੇ ਇਹ ਹਮਲਾ ਕੀਤਾ ਹੋਇਆ ਹੈ। ਕੋਸ਼ਿਸ਼ ਇਹ ਹੋ ਰਹੀ ਹੈ ਕਿ ਸ਼ਾਇਦ ਰੂਸ ਇਸ 'ਚ ਯੂਕਰੇਨ ਦੇ ਟੁਕੜੇ ਕਰਨ 'ਚ ਕਾਮਯਾਬ ਹੋ ਜੇ। ਰੂਸੀ ਭਾਸ਼ਾ, ਰੂਸੀ ਸੱਭਿਆਚਾਰ ਵਾਲੇ ਜਿਹੜੇ ਯੂਕਰੇਨ ਦੇ ਸੂਬੇ ਨੇ, ਉਹ ਡਵੈਪਰ ਨਦੀ ਜਿਹੜੀ ਬਾਠ ਸਾਹਿਬ ਨੇ ਕਿਹਾ ਉਸ ਤੋਂ ਇਧਰਲੇ ਸੂਬੇ ਨੇ, ਉਹਨਾਂ ਨੂੰ ਰੂਸ ਸ਼ਾਇਦ ਆਪਣੇ ਲਿਜਾਣ 'ਚ ਕਾਮਯਾਬ ਹੋ ਜਾਏ। ਜੇਕਰ ਨੈਟੋ 'ਚ ਆਇਆ ਵੀ ਤਾਂ ਯੂਕਰੇਨ ਦਾ ਉਹ ਦੂਜਾ ਹਿੱਸਾ ਆਏਗਾ, ਜਾਂ ਫਿਰ ਯੂਕਰੇਨ ਜੇਕਰ ਸਿਆਣਪ ਵਰਤੇ ਤਾਂ ਉਹ ਉਸ ਨੂੰ ਆਪਣਾ ਇੱਕ ਬਫਰ ਸਟੇਟ ਫੇਰ ਮੇਨਟੇਨ ਕਰੇ ਕਿ ਨੈਟੋ ਇੱਧਰ ਰਹੇਗਾ ਤੇ ਰੂਸ ਇੱਧਰ ਰਹੇਗਾ, ਤਾਂ ਸ਼ਾਇਦ ਰੂਸ ਦਾ ਰਾਂਝਾ ਰਾਜੀ ਹੁੰਦਾ ਹੈ। ਬਹੁਤ ਸ਼ੁਕਰੀਆ, ਮਿਹਰਬਾਨੀ ਜੀ।